वाहिगुरु जी का खालसा वाहिगुरु जी की फतेह। दीन दुनिया दे मालक शब्द शत सतगुरु श्री गुरु ग्रंथ साहिब जियां दी निगी गोद विच बड़े ही अदब सहज शाम ने दीवाना विच आप जी जुड़ बैठे हो। आओ इस समय नूं सतगुरां दे प्यार विच सफला बनाइए। गुर इतिहास दे पावन प्रसंगां दे विचों आप जी ने सरवण कीता सी। सतगुरां दे पिता मेहता कालू जी ने अपने पुत्र नूं वीर रजतपण दे के भाई बाला जी की जिम्मेवारी लाउंदे होए खरा सौदा करने वास्ते भेजे है। पिताजी बार बार कहते रहे पुत्र कोई चंगा करके आई। सतगुर सच्चे पातशाह जी अपने मित्र भाई बाला जी के नाल चले ने। रब दीयां कथा कहानियां करते करते एक जंगल विच जा गुजरे। सहज सुभाव वेखिया इस जंगल दे विच एक साधुआं दा आश्रम है जो रुखां दी छावें रहिंदे ने। कोई धुएं वाल के सेकदा है, कोई गल तक पानी विच खड़िया है, किसी ने पिंडे ते सलाह मिली हुई है, कोई पुट्ठा लटकिया हुआ है, कोई पद्मासन विच बैठा है, सिद्धासन विच बैठा है। इन्हां सारियां दा रूप देख के गुरु नानक साहब महाराज कहंदे बालिया आ जा नेड़े। मैनूं लगदा है भी अपना सौदा इत्थे खरा हो जाना है। भाई बाला जी कहंदे जदों सतगुरां दी रसना तो मैं वचन सुने मेरा मन डावाडोल हो गया। पर गरीब नवाज सतगुरु बड़े प्रेम ते शिद्दत दे नाल उन्हां साधुआं दे कोल दी गुजरदे ने। बहुत बड़ा आश्रम है जंगल दे विच। आखिर बोड़ दे रुख थले एक साधु बैठे तप करदे जिन्हां दा चेहरा बड़ा नूरानी है। उन्हां कोल आके सतगुरु बैठ गए। इत्थों तक आप जी ने पावन प्रसंगां दा आनंद माणिया सी। आओ कुछ समा मन चित व्यक्तियां नूं एकाग्र चित बनाइए। पाओ प्रेम दी सांझ बख्शो आसीस गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। खोजत मधु पर जूख कर आई जो जन है निज भाग भलाई। भाई बाला जी की आत्म कथा गुरु अंगद देव महाराज जियां नूं खडूर साहिब की पावन धरती ते सुना रहे हैं। जिस वेले ऋषि साधु के सामने गुरु नानक पातशाह बैठे ने मैनू आखन लगे बालिया कोई आपां ते चले सी शहद खरीदण ते मिल गया अमृत। अंतरी भाव ने शहद मतलब मुनाफा, अमृत रब दे नाम का मुनाफा। पहला वचन सतगुरां ने मेरे कोल हो के आखिया बालिया
ਵੇਖ ਕਿੰਨਾ ਸੋਹਣਾ ਸੌਦਾ ਹੈ। ਚਾਹ ਕੇ ਵੀ ਜ਼ਿੰਦਗੀ ਦੇ ਵਿੱਚ ਐਸਾ ਸੌਦਾ ਨਹੀਂ ਮਿਲਦਾ। ਜੇ ਆਪਾਂ ਇਹ ਸੌਦਾ ਛੱਡ ਕੇ ਜਾਵਾਂਗੇ, ਸਮਝ ਲਾ ਹੀਰੇ ਛੱਡ ਕੇ ਕੱਚ ਖਰੀਦਣ ਚੱਲੇ। ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰਾਂ ਦਾ ਵਚਨ ਸੁਣਿਆ, ਸੁਣ ਕੇ ਕੋਈ ਜਵਾਬ ਨਹੀਂ ਦਿੰਦਾ, ਕਿਉਂਕਿ ਗੁਰੂ ਸਾਹਿਬ ਦੇ ਵਚਨ ਕੰਨਾਂ ਵਿੱਚ ਪੈਂਦੇ ਨੇ। ਧਿਆਨ ਵਿੱਚ ਸਤਿਗੁਰਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ, ਉਹਨਾਂ ਦਾ ਫੁਰਨਾ ਆਉਂਦਾ ਏ, ਬੋਹਰ ਪਿਤਾ ਕੀ ਆਗਿਆ ਜੋ, ਭਲੋ ਮਨਜ ਕਰਨੇ ਕੀ ਸੋ। ਫਿਰ ਸਤਿਗੁਰਾਂ ਨੇ ਅਗਲਾ ਬਚਨ ਨਾਲ ਹੀ ਕਹਿ ਦਿੱਤਾ, ਬਾਲਾ ਜੀ ਸਾਨੂੰ ਪਿਤਾ ਜੀ ਨੇ ਤੇ ਇਹੀ ਕਿਹਾ ਨਾ ਵੀ ਖਰਾ ਸੌਦਾ ਕਰਕੇ ਆਇਓ, ਕੋਈ ਚੰਗਾ ਸੌਦਾ, ਚੰਗਾ ਬਣ ਜਾ। ਤੇ ਮੇਰੇ ਹਿਸਾਬ ਨਾਲ ਲੱਗਦਾ ਵੀ ਇਹ ਤੋਂ ਚੰਗਾ ਸੌਦਾ ਤੇ ਹੋ ਹੀ ਨਹੀਂ ਸਕਦਾ ਕੋਈ। ਭਾਈ ਬਾਲਾ ਜੀ ਕਹਿੰਦੇ ਕਦੇ ਮੈਂ ਸਤਿਗੁਰਾਂ ਦੇ ਮੁਖ ਵੱਲ ਵੇਖਾਂ ਤੇ ਕਦੇ ਸਾਹਮਣੇ ਬੈਠੇ ਸਾਧੂ ਵੱਲ ਵੇਖਾਂ, ਵੀ ਸੌਦਾ ਕਿਹੜੇ ਪਾਸੇ ਤੋਂ ਆਖੋ ਸਤਿਨਾਮ। ਇੱਥੇ ਸੌਦੇ ਦਾ ਲੈਣ ਦੇਣ ਕੀ ਹੈ? ਸੌਦਾ ਤੇ ਉਹਨੂੰ ਕਿਹਾ ਜਾਂਦਾ ਹੈ। ਇੱਕ ਖਰੀਦਦਾਰ ਹੋਵੇ, ਇੱਕ ਵੇਚਣ ਵਾਲਾ ਹੋਵੇ। ਇੱਥੇ ਤੇ ਮਾਇਆ ਦੇਣ ਨੂੰ ਫਿਰਦੇ ਆ, ਨਾ ਉਹਨਾਂ ਨੇ ਮੰਗੀ ਹੈ ਤੇ ਨਾ ਉਹਨਾਂ ਵਾਪਸ ਦੇਣੀ ਹੈ। ਭਾਈ ਬਾਲਾ ਜੀ ਕਹਿੰਦੇ ਮੈਨੂੰ ਥੋੜੀ ਥੋੜੀ ਚਿੰਤਾ ਹੋਣੀ ਸ਼ੁਰੂ ਹੋ ਗਈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਕੀ ਆਖਦੇ ਨੇ, ਜਾਂ ਤੇ ਬਨਜ ਲਾਵਦਾ ਔਰ ਨਾ, ਫਿਰ ਦੇਖੋ ਜੇ ਸਭ ਹੀ ਠੋਰਨਾ। ਭਾਈ ਬਾਲਾ ਜੀ ਆਖਣ ਲੱਗੇ ਮੈਂ ਸਤਿਗੁਰਾਂ ਨੂੰ ਆਖਿਆ ਮਹਾਰਾਜ ਇੱਕ ਵਾਰ ਸੋਚ ਲਓ। ਵਾਰ-ਵਾਰ ਸੋਚਣ ਦਾ ਵਕਤ ਆਪਾਂ ਨੂੰ ਨਹੀਂ ਮਿਲਣਾ, ਇੱਕ ਵਾਰ ਸੋਚੋ। ਤੇ ਗੁਰੂ ਸਾਹਿਬ ਨੇ ਬਚਨ ਪਲਟਾਉਂਦੇ ਹੀ ਫੇਰ ਆਖਿਆ ਬੜੇ ਅਦਬ ਦੇ ਨਾਲ, ਬਾਲਾ ਜੀ ਇਹੋ ਜਿਹਾ ਸੱਚਾ ਤੇ ਖਰਾ ਸੌਦਾ ਕਿਤੇ ਵੀ ਨਹੀਂ ਮਿਲਦਾ। ਇਹ ਸਾਧੂ ਪੂਰੇ ਆ ਜਿਹੜੇ ਬੰਦਗੀ ਕਰਦੇ ਆ ਨਾ, ਐਵੇਂ ਕਿਤੇ ਲੱਲੀ ਛੱਡੀ ਇਕੱਠੀ ਨਹੀਂ ਹੋਈ ਵੀ ਵੇਖੇ ਚਾਰ ਕੱਪੜੇ ਪਾਏ ਤੇ ਮੰਗਣ ਤੁਰ ਪਏ। ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਦੁਨੀਆ ਨੂੰ ਪਖੰਡਾਂ ਚੋਂ ਕੱਢਦੇ ਆ, ਕਿਸੇ ਪਖੰਡੀ ਦੇ ਡੇਰੇ ਜਾਣਗੇ? ਆਉਣਗੇ ਉਹਦੇ ਕੋਲ ਜਿਹੜਾ ਅੰਦਰੋਂ ਪੂਰਾ ਹੈ। ਬੇਸ਼ੱਕ ਤਪੱਸਿਆ ਕਰਦੇ ਆ, ਪਰ ਉਸ ਵੇਲੇ ਕੋਈ ਹੋਰ ਆਪਸ਼ਨ ਵੀ ਨਹੀਂ ਸੀ। ਤਾਪੀ ਸੀ ਸਭ ਤੋਂ ਵੱਡਾ। ਕਲਯੁਗ ਦੇ ਸਮੇਂ ਕੌਣ ਕਰ ਸਕਦਾ ਤਪ? ਅੱਧਾ ਘੰਟਾ ਨਹੀਂ ਕਰ ਸਕਦੇ ਅਸੀਂ। ਕਰਦੇ ਰਹੇ ਆ ਨਾ, ਨਾਮ ਤੇ ਜਪ ਰਹੇ ਆ, ਰੱਬ ਦੇ ਆਸਰੇ ਬੈਠੇ ਆ, ਭੁੱਖੇ ਪਿਆਸੇ ਬੈਠੇ ਆ। ਗੁਰੂ ਸਾਹਿਬ ਫੇਰ ਕਹਿਣ ਲੱਗੇ, ਬਾਲਾ ਜੀ ਤੁਸੀਂ ਆਪਣਾ ਮਨ ਬਣਾ ਲਓ, ਸਾਡਾ ਤੇ ਮਨ ਬਣਿਆ ਹੋਇਆ ਏ। ਇਹ ਰਜਤ ਪਨ ਇਨਹਿ ਚੜਾਵੇ, ਅਸਨ ਬਸਨ ਤੇ ਲੈ ਸੁਖ ਪਾਵੇਂ। ਤੇ ਗੁਰੂ ਸਾਹਿਬ ਨੇ ਮੇਰੇ ਤੋਂ ਮੰਗ ਕੀਤੀ ਵੀ 20 ਰੁਪਏ ਰਜਤ ਪਣ ਦੇ ਦਿਓ। ਭਾਈ ਬਾਲਾ ਜੀ ਕਹਿੰਦੇ ਮੈਂ ਟਾਲ ਮਟੋਲਾ ਜਾ ਕੀਤਾ, ਮਹਾਰਾਜ ਰਹਿਣ ਦਿਓ, ਫੇਰ ਸੋਚ ਲੈਂਦੇ ਆ, ਮੁੜ ਕੇ ਆਵਾਂਗੇ, ਵੇਖ ਲਾਂਗੇ, 4 ਪੈਸੇ ਬਚ ਗਏ ਤੇ ਅੱਧੇ ਇੱਧਰ ਦੇ ਦਾਂਗੇ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਬਾਲਿਆ ਇਹ ਭੁੱਖੇ ਬੈਠੇ ਆ, ਪਿਆਸੇ ਨੇ, ਪਾਣੀ ਵੀ ਨਹੀਂ ਪੀਂਦੇ, ਵੇਖ ਇਹਨਾਂ ਦੇ ਤਨ ਤੇ ਕੱਪੜੇ ਵੀ ਨਹੀਂ ਪਾਏ ਹੋਏ। ਅਸੀਂ ਚਾਹੁੰਦੇ ਆ ਵੀ ਸਾਡੇ 20 ਰੁਪਏ, ਚਲੋ ਅੱਜ ਦੇ ਹਿਸਾਬ ਨਾਲ ਰੁਪਈਏ ਕਹਿ ਲਓ, ਵੀ ਸਾਡੇ 20 ਰੁਪਏ ਇਹਨਾਂ ਦੇ ਕੰਮ ਆ ਜਾਣ, ਕਿਉਂਕਿ ਇਹਨਾਂ ਕਿਹੜਾ ਮਾਇਆ ਜੋੜਦੀ। ਦੁਨੀਆਦਾਰ ਬੰਦੇ ਨੂੰ ਤੇ ਤਮਾ ਲੱਗੀ ਹੈ ਵੀ ਮੈਂ ਪੈਸੇ ਇਕੱਠੇ ਕਰ ਲਾਂ, ਕਰੋੜਾਂ ਇਕੱਠੇ ਕਰਕੇ ਵੀ ਰੱਜਦਾ ਨਹੀਂ। ਤੇ ਸਾਧੂਆਂ ਨੂੰ ਮਾਇਆ ਦੀ ਲੋੜ ਕੋਈ ਨਹੀਂ ਹੁੰਦੀ। ਜੇ ਉਹਨਾਂ ਕੋਲ ਆ ਵੀ ਜਾਏ ਨਾ, ਉਹ ਕਹਿੰਦੇ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਵਰਤੀ ਦੀ ਹੈ, ਇਹ ਤੋਂ ਵੱਧ ਕੇ ਕੁਛ ਨਹੀਂ ਹੈ। ਮਾਇਆ ਕੀ ਹੈ? ਗੁਜ਼ਰਾਨ ਹੈ। ਮਾਇਆ ਨਾਲ ਚੰਗਾ ਗੁਜ਼ਾਰਾ ਚੱਲ ਸਕਦਾ ਹੈ, ਪਰ ਮਾਇਆ ਨਾਲ ਨਹੀਂ ਜਾਂਦੀ। ਗੁਰੂ ਸਾਹਿਬ ਕਹਿੰਦੇ, ਬਾਲਿਆ ਇਹ 20 ਰੁਪਏ ਆਪਣੇ ਕਿਹੜੇ ਕੰਮ ਨੇ? ਜੇਬ 'ਚ ਪਾਏ ਆ, ਗਲੀ ਗਲੀ ਫਿਰਦੇ ਆ। ਸੱਚ ਆ ਨਾ, ਜੇਬ 'ਚ 20 ਨਾ ਹੁੰਦੇ ਤੇ ਅੱਜ ਹੀ ਆਪਾਂ ਜੰਗਲਾਂ 'ਚ ਕਾਹਨੂੰ ਫਿਰਨਾ ਸੀ? ਆਖੋ ਸਤਿਨਾਮ। ਤੋਰੀ ਫਿਰਦੇ ਆ। ਇਹ ਤੇ ਸੁਭਾਵਿਕ ਗੱਲ ਆ ਜੀ, ਆਪਣੀ ਜੇਬ 'ਚ ਕਿਤੇ 40-50 ਹਜ਼ਾਰ ਰੁਪਏ ਆਪਾਂ ਕਹਿੰਦੇ ਨੇ, ਜਦ ਤੱਕ ਮੁੱਕਦਾ ਨਹੀਂ, ਖਤਮ ਨਹੀਂ ਹੁੰਦਾ, ਉਦੋਂ ਤੱਕ ਆਪਾਂ ਘਰੇ ਲੱਭਦੇ ਹੀ ਨਹੀਂ ਕਿਸੇ। ਜਦ ਵਿਹਲੇ ਜੇ ਹੋ ਜਾਂਦੇ ਆ, ਫਿਰ ਘਰ ਦੇ ਵੀ ਹਿਸਾਬ ਲਾ ਲੈਂਦੇ, ਪੁੱਤ ਪਾਕਟ ਖਾਲੀ ਆ ਨਾ ਹੁਣ? ਹਾਂਜੀ, ਵਿਹਲਾ ਹੀ ਆ ਹੁਣ। ਬਿਲਕੁਲ ਜੀ। ਗੁਰੂ ਸਾਹਿਬ ਕਹਿੰਦੇ, ਬਾਲਿਆ ਵੇਖ ਇਹ ਮਾਇਆ ਦੀ ਕਰਾਮਾਤ, 20 ਰੁਪਏ ਸਾਨੂੰ ਦੋਨਾਂ ਨੂੰ ਖਿੱਚੀ ਫਿਰਦੇ ਆ। ਬਾਪੂ ਜੀ ਨੇ ਸਾਨੂੰ ਸਮਝਾਤਾ ਖਰਾ ਸੌਦਾ ਕਰਕੇ ਆਓ, ਚੱਲ ਕਿਹੜੀ ਮੰਡੀ ਚੱਲੀਏ, ਚਲੋ ਉੱਥੇ ਚੱਲੀਏ। ਕਹਿੰਦੇ ਨਾ ਹੁੰਦੇ ਤੇ ਚੱਕਰਾਂ 'ਚ ਕਾਹਨੂੰ ਪੈਂਦੇ? ਕਰ ਟੇਕੇ ਬਹਿੰਦੇ ਆਪਾਂ।
ਅਸ ਸੁਣ ਕਰ ਬਚ ਬੇਦੀ ਵਰਕੇ, ਮੈਂ ਬੋਲਿਓ ਕਾਲੂ ਦਿਸ ਡਰ ਕੇ। ਭਾਈ ਬਾਲਾ ਜੀ ਆਖਣ ਲੱਗੇ ਮੈਂ ਸਤਿਗੁਰਾਂ ਦੇ ਬਚਨ ਸੁਣ ਕੇ ਮੋੜ ਤੇ ਸਕਦਾ ਨਹੀਂ। ਉਹ ਮੇਰੇ ਮਾਲਕ ਨੇ, ਮੇਰੇ ਖਾਬੰਦ ਨੇ, ਮੇਰੇ ਪਰਮਾਤਮਾ ਨੇ, ਮੇਰੇ ਪਿਆਰੇ ਸੱਜਣ ਨੇ। ਉਹ ਮਿੱਤਰ ਕਾਹਦਾ ਜਿਹੜਾ ਗੱਲ ਹੀ ਮੋੜਦੇ। ਕਹਿੰਦੇ ਮੈਂ ਸਮਝਾਇਆ ਵੀ ਨਹੀਂ ਕਹਿ ਸਕਦਾ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਂ ਇਹ ਵੀ ਨਹੀਂ ਕਹਿ ਸਕਦਾ ਵੀ ਮੈਂ ਗੁਰੂ ਸਾਹਿਬ ਨੂੰ ਸਮਝਾਇਆ। ਕਹਿੰਦੇ ਮੈਂ ਆਪਣੀ ਰਾਏ ਰੱਖੀ ਹੈ। ਪਾਤਸ਼ਾਹ ਆਪਾਂ ਆਏ ਆ ਸੌਦਾ ਕਰਨ, ਉਹ ਵੀ ਮੰਡੀ 'ਚ, ਸਾਦਾ ਕੋਲੇ ਨਹੀਂ। ਬਾਕੀ ਤੁਸੀਂ ਸਭ ਕੁਝ ਜਾਣਦੇ ਹੋ। ਬਨ ਕੰਨ ਜਿਉ ਬਨ ਜਨ ਧਨ ਹੇਤੂ, ਤੁਮ ਕੋ ਭੇਜਿਓ ਕਿਰਪਾ ਨ ਕੀਤੋ। ਸਤਿਗੁਰੂ ਮੈਂ ਤੁਹਾਡੀ ਗੱਲ ਸਮਝਦਾ, ਤੁਸੀਂ ਖਰੇ ਸੌਦੇ ਦੀ ਗੱਲ ਕਰਦੇ ਹੋ, ਪਰ ਪਿਤਾ ਜੀ ਨੇ ਆਪਾਂ ਨੂੰ ਆਹ ਸੌਦਾ ਕਰਨ ਵਾਸਤੇ ਨਹੀਂ ਭੇਜਿਆ। ਉਹਨਾਂ ਸੌਦਾ ਕਰਨ ਭੇਜਿਆ ਬਾਣੀਆਂ ਵਾਲਾ ਵੀ ਘਾਟਾ ਨਹੀਂ ਖਾਣਾ, ਵਧਾ ਕੇ ਲੈ ਕੇ ਆਇਓ। ਬਾਣੀਆਂ ਮਰ ਜਾਂਦਾ, ਕਦੇ ਇੱਕ ਪੈਸਾ ਪੱਲੇ ਤੇ ਥੋੜਾ ਪਾਉਂਦਾ, ਲੱਖ ਕਹੀ ਜਾਏ ਤੁਸੀਂ ਮੇਰੇ ਆਪਣੇ ਮੈਂ ਖਰੀਦ ਰੇਟ ਤੇ ਦੇ ਰਹੇ। ਕੋਈ ਜਮਿਆ ਹੋ ਦੁਨੀਆ ਤੇ ਜੋ ਖਰੀਦ ਕੇ ਬਿਨਾਂ ਕਮਾਏ ਮੰਡੀ ਵਿੱਚ ਖੜੇ ਹੈ, ਖਰੀਦ ਕੇ ਬਿਨਾਂ ਕਮਾਏ ਦੁਕਾਨ 'ਚ ਬੈਠਾ ਹੈ, ਖਰਚੇ ਭਰੀ ਜਾਂਦਾ ਫਿਰ ਆਕੇ ਜੀ ਮੈਂ ਜੋ ਖਰੀਦ ਰੇਟ ਆਈ ਤੁਹਾਨੂੰ ਦੇ ਦਿਆਂਗਾ। ਇਹ ਕਹਿਣ ਵਾਸਤੇ ਹੁੰਦਾ, ਇੱਕ ਤਕੀਆ ਗੁਲਾਮ। ਬਖਸ਼ਦੇ ਬਖਸ਼ਦੇ ਕਿਸੇ ਨੂੰ ਨਹੀਂ ਆਖੋ ਸਾਡਾ ਨਾਮ, ਇਹ ਉਹਨਾਂ ਨੂੰ ਪਤਾ ਹੈ। ਕਦੇ ਸੁਨਿਆਰਾ ਬਖਸ਼ਦਾ, ਬਾਣੀਆਂ ਬਖਸ਼ਦਾ ਕਿਸੇ ਨੂੰ, ਕੋਈ ਕਿਸੇ ਨੂੰ ਨਹੀਂ ਬਖਸ਼ਦਾ। ਜਿਹਦਾ ਦਾਲ ਲੱਗਦਾ ਹੈ ਉਹੀ ਚੋਰ ਆ, ਬਾਕੀ ਜਿਹੜੇ ਢਕੇ ਉਹ ਸਾਧ ਹੀ ਨੇ। ਭਾਈ ਬਾਲਾ ਜੀ ਕਹਿੰਦੇ ਪਿਤਾ ਜੀ ਨੇ ਸਾਨੂੰ ਇਹ ਕਿਹਾ ਹੈ ਵੀ ਬਾਣੀਆਂ ਵਾਲਾ ਵਪਾਰ ਕਰਕੇ ਆਉਣਾ, ਆਪਾਂ ਸਾਬੀ ਤੇ ਦੇਣਾ ਜਾਗੇ। 20 ਰੁਪਏ ਸਾਨੂੰ ਦੇ ਕੇ ਰਜਤਪਣ ਤੋਰਿਆ, ਚੱਲ 20 ਦੇ ਦੇ, 40 ਨਹੀਂ ਬਣਾ ਸਕਦੇ, 25-30 ਤੇ ਬਣਾ ਸਕਦੇ ਆ। ਪਾਤਸ਼ਾਹ ਮੈਂ ਤੇ ਚਾਹੁੰਦਾ ਵੀ ਆਪਾਂ 20 ਤੋਂ 40 ਬਣਾ ਕੇ 20 ਇਹਨਾਂ ਨੂੰ ਦੇ ਜਾਾਂਗੇ, 20 ਘਰੇ ਰਹਿ ਜਾਗੇ। ਕਮ ਸੇ ਕਮ ਲਾਭਾ ਤਾਂ ਨਹੀਂ ਹੋਊਗਾ ਵੀ ਜੇ ਕੁਝ ਖੱਟਿਆ ਵੀ ਕੁਝ ਗਵਾਇਆ ਵੀ ਨਹੀਂ। ਉਨ ਤੁਮ ਜਨ ਕੈ ਕਥਨ ਸੁਭਾਉ, ਗੁਣ ਹੈ ਆਪ ਮੁਝ ਦੋਸ਼ ਨ ਕਾਉ। ਭਾਈ ਬਾਲਾ ਜੀ ਨੂੰ ਸਤਿਗੁਰੂ ਜੀ ਨਾ ਮੋਢੇ 'ਚ ਹੱਥ ਪਾ ਕੇ ਬਾਹ ਪਾ ਕੇ ਬਾਹਰ ਲੈ ਆਏ। ਕਹਿੰਦੇ ਪਿਆਰੇ ਗੱਲ ਤੇ ਸੁਣ ਲਾ। ਭਾਈ ਬਾਲਾ ਜੀ ਕਹਿੰਦੇ ਮਰਦ ਤੁਹਾਨੂੰ ਪਤਾ ਪਿਤਾ ਜੀ ਦਾ ਸੁਭਾਅ ਕੀ ਹੁੰਦਾ ਹੈ। ਵੇਖੋ ਤੁਸੀਂ ਸਭ ਕੁਝ ਜਾਣਦੇ, ਇੱਕ ਤੇ ਹੋਵੇ ਅਣਜਾਣ, ਤੁਹਾਨੂੰ ਪਤਾ ਹੀ ਨਹੀਂ ਬਾਪੂ ਕਿਹੋ ਜਿਹਾ। ਬਾਪੂ ਨੇ ਆਪਣਾ ਹਾਲ ਨਹੀਂ ਪੁੱਛਣਾ, ਜਾਇਆ ਤੋਂ ਗਿਆ ਹੀ ਨਹੀਂ ਪੁੱਛਣਾ ਪੁੱਤ ਰਾਤ ਕਿਵੇਂ ਕੱਟੀ ਤੇ ਦਿਨ ਕਿਵੇਂ ਕੱਟਿਆ। ਉਹਨੇ ਇਹੀ ਪੁੱਛਣਾ ਵੀ ਕਿੰਨੇ ਲਿਆਏ ਕਮਾ ਕੇ। ਹੁੰਦਾ ਤੇ ਘਰ 'ਚ ਹੀ ਹੈ। ਕੌਣ ਪੁੱਛਦਾ ਜੀ ਕਿਹਨੂੰ ਵੀ ਤੰਦਰੁਸਤ ਹੈ ਕਿਵੇਂ ਹੈ। ਲੋਕਾਂ ਦਾ ਧਿਆਨ ਹੁੰਦਾ ਅੱਜ ਫਲਾਣਾ ਦਿਨ ਸੈਲਰੀ ਆ ਗਈ, ਪੈਸੇ ਆ ਗਏ, ਚੱਲ ਆ ਗਏ ਹੁਣ ਚੱਲੀਏ ਘਰ 'ਚ। ਇੱਥੇ ਤੱਕ ਹੀ ਦੁਨੀਆ ਖੜੀ ਹੈ। ਦੁਨੀਆ ਤੇ ਜਿੰਨੇ ਰਿਸ਼ਤੇ ਨੇ, ਰਿਸ਼ਤਿਆਂ 'ਚ ਪੈਸਾ ਕੱਢ ਦੋ, ਕੋਈ ਕਿਸੇ ਨੂੰ ਸਤਿ ਸ੍ਰੀ ਅਕਾਲ ਬੁਲਾ ਦੇ ਤਾਂ ਕਹਿ ਦਿਓ ਆਖੋ ਸਤਿਨਾਮ। ਭਾਵੇਂ ਪਤੀ ਪਤਨੀ ਦਾ ਰਿਸ਼ਤਾ ਹੈ, ਭੈਣ ਭਰਾ ਦਾ ਰਿਸ਼ਤਾ ਹੈ, ਮਾਂ ਪੁੱਤ ਦਾ ਰਿਸ਼ਤਾ ਹੈ, ਹਰ ਰਿਸ਼ਤੇ ਦੇ ਵਿੱਚੋਂ ਪੈਸਾ ਕੱਢ ਦਿਓ, ਖਤਮ ਰਿਸ਼ਤਾ, ਕੋਈ ਨਹੀਂ ਪੁੱਛਦਾ। ਭਾਈ ਬਾਲਾ ਜੀ ਕਹਿੰਦੇ ਮੈਂ ਗੁਰੂ ਸਾਹਿਬ ਦੇ ਨਾਲ ਇਹ ਰਾਏ ਕਰਦਾ ਰਿਹਾ, ਮਰਦ ਰਹਿਣ ਦਿਓ। ਸਤਿਗੁਰੂ ਕਹਿੰਦੇ ਜਦ ਹੋਊ ਵੇਖੀ ਜਾਊ। ਹੁਣ ਤੇ ਆਪਣੇ ਕੋਲ ਹੈਗੇ ਆ ਪੈਸੇ, ਹੁਣ ਤੇ ਮਾਲਕ ਆਪਾਂ ਨਾ। ਇਸ ਵੇਲੇ 20 ਰਜਤਪਣ ਦੇ ਮਾਲਕ ਪਿਤਾ ਜੀ ਨਹੀਂ ਹਨ। ਪਿਤਾ ਪੁੱਤਰ ਕਰ ਲਿਓ ਨਵੇਰੋ, ਮੈਂ ਹੂੰ ਦਾਸ ਨਾ ਕਰੈ ਸੁਚੇਰੋ। ਗੁਰੂ ਸਾਹਿਬ ਨੇ ਆਪਣਾ ਸਪਸ਼ਟ ਫੈਸਲਾ ਦੱਸ ਦਿੱਤਾ। ਕਹਿੰਦੇ ਬਾਲਿਆ ਜਾਂ ਤੇ ਵਾਪਸ ਜਾਵਾਂਗੇ ਜਾਂ ਫਿਰ ਸਾਧੂਆਂ ਨੂੰ ਮੱਥਾ ਟੇਕ ਕੇ ਜਾਵਾਂ, ਮੰਡੀ ਮੁੰਡੀ ਅਸੀਂ ਨਹੀਂ ਜਾਣਾ। ਸਾਨੂੰ ਤੇ ਸੌਦਾ ਲੱਭ ਗਿਆ। ਭਾਈ ਬਾਲਾ ਜੀ ਕਹਿੰਦੇ ਮੈਂ ਬੜਾ ਕਸੂਤਾ ਜਿਹਾ ਆ ਗਿਆ ਵਿੱਚ ਵੀ ਜੇ ਇਹਨਾਂ ਦੀ ਨਾ ਮੰਨੀ ਇਹ ਨਾਰਾਜ਼, ਗੁਰੂ ਸਾਹਿਬ ਦੇ ਪਿਤਾ ਦੀ ਨਾ ਮੰਨੀ ਤੇ ਉਹ ਨਾਰਾਜ਼। ਕਹਿੰਦੇ ਆਖਰਕਾਰ ਨਾ ਵੀ ਹੱਥ ਜੋੜੇ ਮਹਾਰਾਜ, ਹੈ ਤੁਸੀਂ ਵੀ ਮਾਲਕ ਹੋ, ਤੁਹਾਡੇ ਪਿਤਾ ਵੀ ਮਾਲਕ ਨੇ। ਦੇਖੋ ਇਹ ਹੁਣ ਤੁਹਾਡਾ ਪਿਤਾ ਤੇ ਪੁੱਤਰ ਦਾ ਫੈਸਲਾ ਹੈ, ਮੇਰੇ ਸਿਰ ਜ਼ਿੰਮੇਵਾਰੀ ਪਾਈ ਸੀ। ਜੇ ਤੁਸੀਂ ਨਹੀਂ ਹਟਦੇ ਚੱਕੋ ਪੈਸੇ, ਅੱਜ ਤੋਂ ਬਾਅਦ ਤੁਸੀਂ ਜਾਣੋ ਤੇ ਤੁਹਾਡੇ ਬਾਪੂ ਜੀ ਜਾਣਨ। ਆਖੋ ਸਤਿਨਾਮ। ਫਿਰ ਪਿਓ ਪੁੱਤ ਦਾ ਹੀ ਫੈਸਲਾ ਹੈ, ਮੈਨੂੰ ਵਿੱਚ ਨਾ ਖਿੱਚਿਓ, ਮੈਂ ਵਿੱਚ ਨਹੀਂ ਆਉਣਾ। ਕਿਉਂ ਮਨ ਆਏ ਕਰੋ ਤਿਉ ਕਰ, ਹੋਂ ਤੋ ਨਿਤ ਰਾਵਰ ਅਨੁਸਾਰ। ਭਾਈ ਬਾਲਾ ਜੀ ਥੋੜੇ ਜਿਹੇ
नाराजगी जाहिर करके कहने लगे मालिका मैं रहना ते तेरी रजा दे विच ही है। प्यार बहुत है, भरोसा भी है। जो करोगे हुण तुहाडी मर्जी, मैं तुहानू मना ही नहीं करना। आखो सतनाम। जो मर्जी ना मैं पुछना भी किथे खर्चने आ, क्यों खर्चने आ, किन्ने खर्चने ने, पिता जी ने की किया, तुसी की चाहुंदे हो। भाई बाले ने फिर पूछा मर्द तुहाडे दिल दी प्रबल इच्छा इहो ही है, तीव्र इच्छा इहो ही है ना तुहाडी। गुरु साहब कहते बिल्कुल बालिया, इस तो वध के असी कुछ सोचना ही नहीं। कितना प्यारा सुभाव। जो अखां दे सामने है सिर्फ वही टारगेट है, वही फोकस है। ਅਸੀਂ ਬੈਠੇ ਕਿਸੇ ਕੋਲ ਹੁੰਦੇ ਆ, ਗੱਲਾਂ ਕਿਸੇ ਨਾਲ ਕਰਦੇ ਆ, ਧਿਆਨ ਸਾਡਾ ਕਿਤੇ ਹੋਰ ਕਰਦਾ ਹੁੰਦਾ ਹੈ। ਰੱਬ ਦੇ ਪਿਆਰਿਆਂ ਦਾ ਇਹ ਸਭ ਤੋਂ ਵੱਡਾ ਗੁਣ ਹੈ, ਉਹ ਜਿੱਥੇ ਬੈਠੇ ਉੱਥੇ ਹੀ ਹਾਜ਼ਰ ਹੁੰਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਪਸ਼ਟ ਕਹਿ ਦਿੱਤਾ ਬਾਲਿਆ ਫਿਲਹਾਲ ਆਪਾਂ ਸਾਧੂਆਂ ਦੇ ਕੋਲ ਬੈਠੇ ਆ, ਜਿੱਥੇ ਬੈਠੇ ਆ ਉੱਥੇ ਬਾਰੇ ਹੀ ਸੋਚਾਂਗੇ, ਪਿੰਡ ਦੀਆਂ ਗੱਲਾਂ ਪਿੰਡ ਜਾ ਕੇ ਵੇਖਾਂਗੇ। ਹਿਲਤ ਜਬੈ ਬਾਲਕਨ ਮਾਹੀ ਤਬ ਹੀ ਸੰਗ ਤਜਿਓ ਮੈਂ ਨਾਹੀ। ਭਾਈ ਬਾਲਾ ਜੀ ਨੇ ਦੋਨੇ ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਆਖਿਆ ਦਾਤਾਰ ਜੀਓ ਮੇਰੇ ਨਾਲ ਨਾਰਾਜ਼ ਨਾ ਹੋਇਓ, ਮੈਂ ਬਚਪਨ ਤੋਂ ਤੁਹਾਡੇ ਨਾਲ ਖੇਡਦਾ ਰਿਹਾ, ਤੁਹਾਡੀ ਹਰ ਗੱਲ ਮੰਨੀ ਹੈ, ਹਰ ਗੱਲ ਇਨਕਾਰੀ ਮੈਂ ਅੱਜ ਵੀ ਨਹੀਂ। ਪਰ ਅੱਜ ਡਰ ਲੱਗਦਾ ਹੈ ਵੀ ਤੁਹਾਡੇ ਪਿਤਾ ਜੀ ਨੇ ਸਪੈਸ਼ਲ ਮੈਨੂੰ ਕਈ ਵਾਰ ਕਹਿ ਕੇ ਭੇਜਿਆ, ਬਾਰ-ਬਾਰ ਮੈਨੂੰ ਹੀ ਆਖਿਆ ਵੀ ਬਾਲਿਆ ਜ਼ਿੰਮੇਵਾਰ ਤੂੰ ਹੈ। ਪਾਤਸ਼ਾਹ ਤੁਹਾਡੀ ਰਜ਼ਾ ਦੇ ਵਿੱਚ ਆ, ਤੁਹਾਡੇ ਹੁਕਮ ਦੇ ਵਿੱਚ ਆ, ਇੱਕ ਕਦਮ ਵੀ ਬਾਹਰ ਨਹੀਂ। ਪਰ ਕਿਰਪਾ ਕਰੋ ਜੇ ਆਪ ਜੀ 20 ਰਜਤਪਣ 20 ਰੁਪਏ ਦੇਣੇ ਚਾਹੁੰਦੇ ਹੋ, ਇਹਨਾਂ ਸਾਧੂਆਂ ਫਕੀਰਾਂ ਨੂੰ ਦਾਨ ਕਰਨਾ ਚਾਹੁੰਦੇ ਹੋ, ਜੀ ਸਦਕੇ ਕਰੋ, ਪਰ ਮੇਰੇ ਨਾਲ ਦਿਲ ਵਿੱਚ ਰੋਸਾ ਨਾ ਰੱਖਿਓ। ਆਖੋ ਸਤਨਾਮ। ਮੈਂ ਆਪਣੇ ਦਿਲ ਤੋਂ ਗੱਲ ਨਹੀਂ ਕਹਿੰਦਾ, ਤੁਹਾਡੇ ਪਿਤਾ ਜੀ ਦੇ ਬੋਲ ਯਾਦ ਕਰਾ ਰਿਹਾ ਵੀ ਉਹਨਾਂ ਸਾਹਮਣੇ ਮੁਸੀਬਤ ਬਣ ਜੂਗੀ। ਕੀ ਫਿਰ ਜਵਾਬ ਦੇਾਂਗੇ? ਜਿਉਂ ਜਿਉਂ ਮੁਝ ਕੋ ਦੀਤ ਰਜਾਈ ਤਿਉਂ ਤਿਉਂ ਕਰੋ ਸਦਾ ਸੁਖ ਪਾਈ। ਅੱਗੋਂ ਵੀ ਕਿਰਪਾ ਰੱਖਿਓ, ਜਿਵੇਂ ਜਿਵੇਂ ਤੁਸੀਂ ਆਖੋ ਮਾਲਕਾ ਮੈਂ ਤੁਹਾਡੇ ਹੁਕਮ ਦਾ ਹੀ ਬੰਦਾ ਰਹਾ। ਬੇਸ਼ੱਕ ਉਮਰ ਵਿੱਚ 5 ਸਾਲ ਵੱਡੇ ਨੇ ਭਾਈ ਬਾਲਾ ਜੀ, ਉਹ ਰੱਬ ਨਾਲ ਪਿਆਰ ਕਿੰਨਾ ਕਰਦੇ ਆ, ਕਹਿੰਦੇ ਹਰ ਗੱਲ ਉਹਨਾਂ ਦੀ ਸੱਤ ਵਚਨ ਨਹੀਂ ਮਿਲਦਾ। ਉਹ ਜਾਣਦੇ ਆ ਵੀ ਸੱਜਣ ਪਿਆਰਾ ਕਦੇ ਬੁਰਾ ਸੋਚਦਾ ਹੀ ਨਹੀਂ, ਬੁਰਾ ਕਰਦਾ ਹੀ ਨਹੀਂ, ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਆ। ਪਰ ਅੰਦਰੋਂ ਕਿਤੇ ਨਾ ਕਿਤੇ ਅੱਜ ਖੌਫ ਬੜਾ ਸੀ, ਡਰ ਬੜਾ ਸੀ ਵੀ ਜੇ ਪ੍ਰੀਤਮ ਪਿਆਰਾ ਰੁੱਸ ਗਿਆ ਤੇ ਫਿਰ ਦੁਨੀਆ ਕਿਹੜੇ ਕੰਮ ਹੈ। ਜੇ ਸਤਿਗੁਰ ਨਾਰਾਜ਼ ਹੋ ਗਏ ਤੇ ਮੈਂ ਜਾਵਾਂਗਾ ਕਿੱਥੇ? ਬਚਪਨ ਦੀ ਪ੍ਰੀਤ ਹੈ, ਬੜੇ ਸਮੇਂ ਦੀ ਚਾਹਤ ਹੈ। ਤੇ ਜੇ ਅੱਜ ਗੁਰੂ ਸਾਹਿਬ ਨੇ ਆਪਣੇ ਮਨਸੂਬਿਆਂ ਨੂੰ ਅੰਜਾਮ ਦਿੱਤਾ, ਮੰਨ ਲਓ ਸਾਧੂਆਂ ਫਕੀਰਾਂ ਨੂੰ ਦਾਨ ਦਿੱਤਾ, ਤੇ ਫਿਰ ਘਰੇ ਵੀ ਤੇ ਪਹੁੰਚਣਾ ਹੀ ਆ। ਸਤਿਨਾਮ। ਉੱਥੇ ਕੀ ਬਣਦਾ? ਅੰਦਰੋਂ ਇਹ ਫਿਕਰ ਸਤਾਉਂਦਾ ਹੈ, ਬਾਹਰੋਂ ਕਿਤੇ ਗੁਰੂ ਨਾਲ ਰੁੱਸ ਜਾਣ, ਇਹ ਚਿੰਤਾ ਲੱਗੀ ਹੈ। ਕਰਨੋ ਚਿਤ ਕਰਿਏ ਗੁਣ ਔਰ ਮੈਂ ਅਸ ਕਹਿ ਮੈਂ ਦੀਨੋ ਕਨ ਕਰ ਮੈਂ। ਗੁਰੂ ਸਾਹਿਬ ਮੇਰੀ ਸਹਿਮਤੀ ਲੈਂਦੇ ਸੀ, ਕਹਿੰਦੇ ਬਾਲਿਆ ਤੂੰ ਸਹਿਮਤ ਹੈ? ਮੈਂ ਕਿਹਾ ਮਹਾਰਾਜ ਪੈਸੇ ਦੇਣ ਵਿੱਚ ਸਹਿਮਤ ਆ, ਪਰ ਗਾਲੀ ਗਲੋਚ ਸੇਵਾ ਪਾਣੀ ਚ ਮੈਂ ਸਹਿਮਤ ਨਹੀਂ ਆ। ਸਤਿਨਾਮ। ਉੱਥੇ ਮੇਰੀ ਕੋਈ ਹਿੱਸੇਦਾਰੀ ਨਹੀਂ, ਤੁਸੀਂ ਜਾਣੋ ਤੁਹਾਡੇ ਪਿਤਾ ਜਾਣੋ। ਕਹਿੰਦੇ ਮੈਂ ਆਹ ਗੱਲ ਕਹਿ ਤੇ ਦਿੱਤੀ ਗੁਰੂ ਸਾਹਿਬ ਨੂੰ, ਮੈਨੂੰ ਬੜਾ ਪਛਤਾਵਾ ਹੋਇਆ, ਮੈਂ ਇਹੋ ਜਿਹੇ ਬੋਲ ਕਿਉਂ ਬੋਲੇ ਜਿਹੜੇ ਦਿਲ ਦਿਖਾਉਂਦੇ ਆ। ਐਸੇ ਸ਼ਬਦ ਮੈਂ ਆਪਣੇ ਪਿਆਰੇ ਨੂੰ ਕਹਿ ਕਿਵੇਂ ਦਿੱਤੇ? ਨੀਂਦ ਨਹੀਂ ਆਉਣੀ, ਚੈਨ ਨਹੀਂ ਆਉਣਾ, ਮਰ ਜਾ ਸਕੇ। ਕਹਿੰਦੇ ਬਾਲਿਆ ਜੇ ਤੂੰ ਸਹਿਮਤ ਆ ਤੇ ਫਿਰ ਕੱਟ ਪੈਸੇ। ਹੁਣ ਮੈਂ ਵੀ ਨਹੀਂ ਕਹਿ ਸਕਦਾ ਮਰਦ ਮੈਂ ਸਹਿਮਤ ਨਹੀਂ, ਕਿਉਂਕਿ ਸੌਦਾ ਚੰਗਾ ਹੈ, ਭਲਾ ਕਰਦੇ ਆ, ਪਰਉਪਕਾਰ ਕਰਦੇ ਆ, ਪਿਤਾ ਨੇ ਪੂੰਜੀ ਦਿੱਤੀ ਹੈ ਤੇ ਪੁੱਤਰ ਖਰਚਦਾ, ਮੈਂ ਵਿੱਚ ਰੁਕਣ ਵਾਲਾ ਕੌਣ? ਕਹਿੰਦੇ ਜੀ ਮੈਂ ਆਪਣੀ ਪੋਟਲੀ ਚੋਂ ਪੈਸੇ ਖੋਲੇ, ਗੁਰੂ ਨਾਨਕ ਸਾਹਿਬ ਜੀ ਦੇ ਘਰ ਕਬਰਾਂ ਤੇ ਰੱਖ ਕੇ ਲੈ ਕੇ ਮਾਇਆ ਮਰਦ ਬੜੇ ਪ੍ਰਸੰਨ ਹੋਏ। ਵੇਖੋ ਇਹ ਦੋ ਤਰ੍ਹਾਂ ਦੇ ਸੁਭਾਅ ਹੁੰਦੇ ਆ ਸਰੀਰਕ ਰੂਪ ਦੇ ਵਿੱਚ। ਰੱਬ ਦੇ ਪਿਆਰੇ ਕਿਸੇ ਨੂੰ ਕੁਝ ਦੇ ਕੇ ਖੁਸ਼ ਹੁੰਦੇ ਆ, ਮਾਇਆ ਹੋਵੇ, ਪਦਾਰਥ ਹੋਣ, ਰੋਟੀ ਖਵਾ ਕੇ ਪ੍ਰਸੰਨਤਾ ਮਿਲਦੀ ਹੈ। ਇੱਕ ਹੁੰਦਾ ਮੇਰੇ ਵਰਗਾ, ਉਹ ਪੈਸੇ ਲੈ ਕੇ ਵੀ ਨਹੀਂ ਰੱਜਦਾ, ਕਹਿੰਦਾ ਗੱਲ ਨਹੀਂ ਬਣੀ, ਘਾਟਾ ਜਾਈਏ ਹੋਰ ਦਵਾ, ਸੌਦਾ ਨਹੀਂ ਬਣਿਆ ਹੋਰ ਲੈ ਕੇ ਦੇ, ਕੋਈ ਰੋਟੀ ਹੋਰ ਖਵਾ ਦੇਣਾ, ਖਾ ਕੇ ਵੀ ਕਹਿਣਾ ਸਵਾਦ ਨਹੀਂ ਹੈ।
ਦੂਜੇ ਢਾਬੇ ਤੇ ਚੱਲਾਂਗੇ, ਫਲਾਣੇ ਹੋਟਲ ਤੇ ਚੱਲਾਂਗੇ, ਯਾਰ ਉੱਥੇ ਚੱਲੀ ਮੇਰੇ ਨਾਲ ਉਹਦਾ ਖਾਣਾ ਹੀ ਬੜਾ ਸਵਾਦ ਹੈ। ਨਾਲੇ ਅਗਲੇ ਦੀ ਜੇਬ ਢਿੱਲੀ ਕਰਤੀ, ਹਜੇ ਵੀ ਸਵਾਦ ਨਹੀਂ ਆਇਆ। ਆਖੋ ਸਤਿਨਾਮ। ਇੱਕ ਤੇ ਆਹ ਬਿਰਤੀ ਦੇ ਲੋਕ ਹੁੰਦੇ ਆ ਵੀ ਕਿਸੇ ਤੋਂ ਛਕਣਾ ਛਕਾਉਣਾ, ਕਿਸੇ ਤੋਂ ਲੈਣਾ, ਕਿਸੇ ਨੂੰ ਲੁੱਟਣਾ ਹੀ ਚੰਗਾ ਲੱਗਦਾ ਹੈ। ਇਹ ਕੋ ਨੇ ਕੋਲੋਂ ਖਵਾ ਕੇ, ਕੋਲੋਂ ਛਕਾ ਕੇ, ਕੋਲੋਂ ਵੱਢ ਕੇ, ਕੋਲੋਂ ਪਹਿਲਾ ਕੇ ਖੁਸ਼ੀ ਨਸੀਬ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਵਿੱਚੋਂ ਸਨ ਜਿਹੜੇ ਚਾਹੁੰਦੇ ਸੀ ਇਹ ਸਾਧੂ ਆਪਣਾ ਤਨ ਕੱਜ ਲੈਣ। ਕਿਉਂ ਕੱਜਣ ਬਈ? ਪਿੱਛੇ ਦੱਸ ਕੇ ਆਏ ਆ ਨਾ, ਮਾਘ ਦਾ ਮਹੀਨਾ ਚੱਲਦਾ, ਮਾਘ ਵਜਨ ਸੰਗ ਸਾਧੂ ਆ ਧੂੜੀ ਕਰ ਇਸ਼ਨਾਨ। ਇਹ ਸਾਧੂ ਬੈਠੇ ਆ ਮਾਘ ਦੇ ਮਹੀਨੇ ਚ, ਕੋਈ ਪਾਣੀ ਚ ਬੈਠਾ, ਨੱਕ ਤੱਕ ਗਲ ਤੱਕ ਪਾਣੀ ਭਰਿਆ, ਠੰਡਾ ਪਾਣੀ ਹੈ ਤਲਾਬ ਦਾ, ਚੌਂਕੜਾ ਲਾਇਆ, ਡੋਲ ਬੈਠੇ ਆ, ਨਗਨ ਸਰੀਰ ਬੈਠੇ ਆ ਤੇ ਠੰਡੀ ਹਵਾ ਚੱਲਦੀ, ਅੱਤ ਦੀ ਸਰਦੀ ਪੈ ਰਹੀ ਹੈ। ਤੇ ਮਰਦ ਦੇ ਮਨ ਚ ਤਰਸ ਆਉਂਦਾ ਸੀ, ਉਹ ਰੱਬ ਨੂੰ ਜਪਣ ਵਾਲੇ ਵੀ ਭੁੱਖੇ ਪਿਆਸੇ ਬੈਠੇ ਆ। ਕਿੱਡਾ ਪੁੰਨ ਹੈ। ਜਿੱਦਣ ਤੁਹਾਡੇ ਦਿਲ ਦੇ ਵਿੱਚ ਇਹ ਖਿਆਲ ਆਉਣ ਲੱਗ ਪਿਆ ਨਾ, ਕੋਈ ਰੱਬ ਦਾ ਨਾਮ ਜਪਣ ਵਾਲਾ, ਕੋਈ ਬੰਦਗੀ ਕਰਨ ਵਾਲਾ, ਕੋਈ ਸੇਵਾ ਵਾਲਾ ਪੈਰਾਂ ਤੋਂ ਨੰਗਾ ਤੇ ਨਹੀਂ, ਬਸਤਰ ਉਹਦੇ ਕੋਲ ਪੂਰੇ ਹੈ ਤਾਂ ਰੱਖਣ ਵਾਸਤੇ, ਕਿਤੇ ਭੁੱਖਾ ਸੁੱਤਾ ਤੇ ਨਹੀਂ, ਸਮਝ ਲਓ ਗੁਰੂ ਨਾਨਕ ਸਾਹਿਬ ਦੀ ਮਿਹਰ ਸ਼ੁਰੂ ਹੋ ਗਈ। ਆਖੋ ਸਤਿਨਾਮ। ਅਜੇ ਕੀ ਹੈ, ਕੱਪੜਿਆਂ ਦੀਆਂ ਸਾਡੀਆਂ ਅਲਮਾਰੀਆਂ ਭਰੀਆਂ ਪਈਆਂ ਨੇ, ਮਾਫ ਕਰਿਓ, ਕਿਸੇ ਭੈਣ ਨੂੰ ਪੁੱਛ ਲਓ ਕੱਪੜੇ, ਕਹਿੰਦੇ ਹੈ ਨਹੀਂ। ਅਲਮਾਰੀਆਂ ਵਿੱਚ ਠੂਸਣ ਨੂੰ ਥਾਂ ਨਹੀਂ ਕੱਪੜੇ, ਫਿਰ ਵੀ ਕੋਈ ਲਾਂਭਾ ਹੈ ਵੀ ਮੇਰੇ ਕੋਲ ਤੇ ਪਾਉਣ ਨੂੰ ਸੂਟ ਨਹੀਂ ਹੈਗੇ। ਆਹੀ ਕੰਮ ਸਾਡੇ ਭਰਾਵਾਂ ਦਾ, ਜੁੱਤੀਆਂ ਦੇ ਢੇਰ ਲੱਗੇ ਪਏ ਆ, ਅਲਮਾਰੀਆਂ ਕੱਪੜਿਆਂ ਨਾਲ ਭਰੀਆਂ ਪਈਆਂ ਨੇ। ਬਸ ਇੱਕ ਦਿਮਾਗ ਦੇ ਵਿੱਚ ਹੈ ਫਲਾਣਾ ਟ੍ਰੈਂਡ ਆ ਗਿਆ, ਆਹ ਕੱਪੜੇ ਪਾ ਲਈਏ। ਕਿਉਂ ਇਹ ਕੰਮ ਕਰਦੇ ਹੋ? ਕੱਪੜੇ ਦਾ ਮਕਸਦ ਸੀ ਸਿਰਫ ਤਨ ਕੱਜਣਾ। ਇਹ ਤੋਂ ਵੱਧ ਕੇ ਜਦੋਂ ਫੈਸ਼ਨ ਪ੍ਰਸਤੀ ਵਿੱਚ ਵੱਧ ਗਏ ਨਾ, ਇਹ ਕਿਸੇ ਕੰਮ ਨਹੀਂ ਆਉਣੇ। ਹਾਂ, ਉਹਦੇ ਚ ਥੋੜੀ ਮਾਇਆ ਕਿਸੇ ਗਰੀਬ ਤੇ ਲਾ ਦਿਓ, ਕਿਸੇ ਨੂੰ ਕੰਬਲ ਦੇ ਦਿਓ, ਲੋਈ ਦੇ ਦਿਓ, ਚਾਦਰ ਦੇ ਦਿਓ। ਜਦ ਕੋਈ ਕੱਜੇਗਾ ਤੁਹਾਡਾ ਨਾਂ ਲੈ ਕੇ ਅਰਦਾਸ ਤੇ ਕਰੂ, ਪਾਤਸ਼ਾਹ ਜਿਹਨੇ ਮੇਰਾ ਪਰਦਾ ਕੱਜਿਆ ਨਾ, ਉਹਦੇ ਸਦਾ ਪਰਦੇ ਕੱਜਦਾ ਰਹੀ। ਆਖੋ ਸਤਿਨਾਮ। ਇਹ ਹੁੰਦਾ ਪੁੰਨ। ਇੱਥੇ ਤੇ ਦੁਨੀਆ ਚਾਰ ਕੰਬਲ ਦੇ ਕੇ ਕਹਿੰਦੇ ਯਾਰ ਫੋਟੋ ਆਉਣੀ ਚਾਹੀਦੀ ਹੈ ਅਖਬਾਰ 'ਚ, ਹੈਡਲਾਈਨ ਬਣਨੀ ਚਾਹੀਦੀ ਆ ਵੀ ਅਸੀਂ 4 ਕੰਬਲ ਦਿੱਤੇ ਆ, 15 ਕਿੱਲੇ ਵੰਡਤੇ। ਕਿੱਥੇ ਖੜਾ ਜਮਾਨਾ? ਗੁਰੂ ਨਾਨਕ ਸਾਹਿਬ ਮਹਾਰਾਜ ਉਸ ਵੇਲੇ ਦੇ 20 ਰੁਪਏ ਨਹੀਂ, ਅੱਜ ਦੇ 20 ਲੱਖ ਨੇ। ਤੁਸੀਂ ਇਹ ਦੱਸੋ, ਜਦ ਇੱਕ ਕੌਡੀ ਤੇ 1 ਰੁਪਏ ਦੇ ਵਿੱਚ ਰਸ ਦਾ ਗੱਡਾ ਭਰ ਕੇ ਆਉਂਦਾ, 1 ਰੁਪਏ ਵਿੱਚ ਉਹਨਾਂ ਸਮਿਆਂ 'ਚ ਦੇਸੀ ਘਿਓ ਕੁਇੰਟਲਾਂ ਦੇ ਹਿਸਾਬ ਨਾਲ ਆਉਂਦਾ ਸੀ 1 ਰੁਪਏ ਦਾ, ਤੇ 20 ਰੁਪਏ ਕਿੰਨੇ ਹੋਣਗੇ? ਇਹ ਉਹੀ ਲੰਗਰ ਚਲਾਇਆ ਅੱਜ ਤੱਕ ਚੱਲਦਾ। ਜੋ ਮਰਜ਼ੀ ਹੋਵੇ, ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਨੇ ਕਦੇ ਟੁੱਟ ਨਹੀਂ ਆਉਂਦੀ। ਸਰਕਾਰਾਂ ਵੀ ਸੋਚਦੀਆਂ ਸੀ ਵੀ ਆ ਬੈਠੇ ਆ ਭੁੱਖੇ ਜੇ, ਮਹੀਨਾ ਬੈਠਣਗੇ, 2 ਮਹੀਨੇ ਬੈਠਣਗੇ, ਭੁੱਜ ਜਾਣਗੇ। ਉਹ ਕਹਿੰਦੇ ਯਾਰ ਇਹ ਤੇ ਆਪ ਵੀ ਰੱਜੇ ਹੋਏ ਰਜਾਈ ਜਾਂਦੇ ਆ, ਲੋਕ ਫਿੱਟੇ ਪਏ ਆ, ਲੋਕਾਂ ਦੇ ਬੀਪੀ ਵਧੇ ਪਏ। ਜਾ ਕੇ ਵੇਖੋ ਦੱਸੇ ਕੁੰਡਲੀ ਬਾਰਡਰ ਦੇ ਖਾ ਕੇ ਲੋਕ ਪਰੇਸ਼ਾਨ ਹੋਏ ਪਏ, ਖਾ ਪੀ ਕੇ ਰੱਜੇ ਪਏ ਆ, ਫਿੱਟੇ ਪਏ ਆ, ਚਿਹਰਿਆਂ ਤੇ ਲਾਲੀਆਂ ਆ ਗਈਆਂ। ਕਿਉਂ? ਗੁਰੂ ਨਾਨਕ ਦੇ ਘਰ ਏਡੀ ਵੱਡੀ ਮਿਹਰ ਹੈ, ਇੱਥੇ ਟੋਟ ਕਦੇ ਨਹੀਂ ਹੁੰਦੀ। ਕਿਉਂਕਿ ਜਿਹਦਾ ਮਾਲਕ ਹੀ ਕਿਰਸਾਨ ਹੋਵੇ, ਜਿਹਦਾ ਸਤਿਗੁਰ ਆਪ ਹਲ ਵਾਹੁੰਦਾ ਹੋਵੇ, ਕਦੇ ਉਹਦੇ ਗੁਰੂ ਨਾਨਕ ਪਾਤਸ਼ਾਹ ਦੇ ਖੇਤਾਂ 'ਚ ਬਰਕਤ ਜਾ ਸਕਦੀ ਹੈ? ਕਦੇ ਕਮੀ ਆ ਸਕਦੀ ਹੈ? ਹੋ ਸਕਦਾ ਹੈ ਸਾਡੀਆਂ ਨੀਤਾਂ ਵਿੱਚ ਕਮੀ ਹੋਵੇ, ਪਰ ਗੁਰੂ ਨਾਨਕ ਦੇ ਘਰ ਕਮੀ ਕੋਈ ਨਹੀਂ। ਅੱਜ ਗੁਰੂ ਸਾਹਿਬ ਦੇ ਸਪਸ਼ਟ ਬਚਨ ਸਨ, ਬਾਲਿਆ ਗੁੱਸਾ ਨਾ ਕਰੀ, ਤੈਨੂੰ ਵੀ ਇਸ ਸੌਦੇ ਦਾ ਦਰਗਾਹ 'ਚ ਫਾਇਦਾ ਹੋਣਾ। ਹੱਸ ਕੇ ਕਹਿੰਦੇ ਮਰਦ ਦਰਗਾਹ ਦਾ ਤਾਂ ਪਤਾ ਨਹੀਂ, ਪਰ ਪਿੰਡ ਦਾ ਜ਼ਰੂਰ ਪਤਾ। ਸਤਿਨਾਮ। ਤਲਵੰਡੀ ਨੇੜੇ ਆ ਨਾ, ਦਰਗਾਹ ਤੇ ਬਹੁਤ ਦੂਰ ਹੈ। ਤਲਵੰਡੀ ਵਿੱਚ ਜਾ ਕੇ ਕੀ ਹੋਣਾ ਇਹ ਰੱਬ ਹੀ ਜਾਣਦਾ ਏ। ਕਰ ਮਹਿਲੇ ਕਰ ਕਿਖ ਤਬਹੀ, ਗਏ ਮਹੰਤ ਸੰਤ ਜਹ ਸਭ ਹੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ 20 ਰੁਪਏ ਹੱਥ ਵਿੱਚ ਫੜੇ, ਭਾਈ ਬਾਲਾ ਜੀ ਨੂੰ ਨਾਲ ਲੈ ਕੇ ਕਹਿੰਦੇ ਆ ਚੱਲੀਏ। ਆਸ਼ਰਮ 'ਚ ਫੇਰ ਆ ਗਏ, ਜਿੱਥੇ ਉਹ ਸੰਤ ਮਹੰਤ ਬੈਠੇ ਸੀ ਨਾ, ਲਾ ਕੇ ਚੌਂਕੜਾ। ਗੁਰੂ ਸਾਹਿਬ ਦੋਨੇ ਹੱਥ ਜੋੜੇ ਜੀ, ਜਿਹੜੀ ਉੱਤੇ ਬੁਕਲੀ ਮਾਰੀ ਉਹ ਗਲ 'ਚ ਪਾ ਲਈ। ਇੰਨੀ ਨਿਮਰਤਾ ਰੱਬ ਦੀ। ਉਹ ਰੱਬ ਆਪਣੇ ਪਿਆਰਿਆਂ ਨੂੰ ਕਿੰਨਾ ਪਿਆਰ ਕਰਦਾ ਹੈ, ਭੇਖ ਵੀ ਨਹੀਂ ਵੇਖਦਾ, ਕੁਛ ਔਗਣ ਵੀ ਨਹੀਂ ਵੇਖਦਾ। ਜਿਵੇਂ ਮਾਂ ਨੂੰ ਆਪਣਾ ਪੁੱਤ ਕਦੇ ਨਹੀਂ ਬੁਰਾ ਲੱਗਦਾ, ਲੱਖ ਗੁਨਾਹ ਕਰੀ ਜਾਏ, ਏਦਾਂ ਹੀ ਰੱਬ ਨੂੰ ਆਪਣੇ ਪਿਆਰੇ ਕਦੇ ਬੁਰੇ ਨਹੀਂ ਲੱਗਦੇ। ਇਹ ਪਿਆਰ ਦੀ ਕਮਜ਼ੋਰੀ ਹੈ। ਜਿੱਥੇ ਪਿਆਰ ਹੋਏਗਾ ਉੱਥੇ ਔਗਣ ਦਿਸਦੇ ਹੀ ਕਦੇ ਨਹੀਂ। ਆਖੋ ਸਤਿਨਾਮ।
ਕਦੇ ਨਹੀਂ ਦੱਸ ਸਕੇ। ਦੁਨੀਆ ਦੱਸੇਗੀ ਉਹ ਚ ਆ ਔਗਣ ਆ ਔਗਣ, ਨਹੀਂ ਨਜ਼ਰ ਆਉਂਦਾ। ਲੋਕੀ ਕੋਲੋਂ ਲੰਘ ਜਾਂਦੇ ਸੀ, ਕਹਿੰਦੇ ਸਾਧ ਪਖੰਡੀ ਆ, ਪੁੱਠੇ ਲਟਕਦੇ ਆ, ਸਾਡੇ ਪਿੱਛੇ ਘਰ ਬਾਰ ਕਿਉਂ ਛੱਡਿਆ। ਗੁਰੂ ਸਾਹਿਬ ਸਾਹਮਣੇ ਆਏ, ਦੋਨੇ ਹੱਥ ਜੋੜੇ, ਕੁਛ ਨਹੀਂ ਬੋਲੇ। ਸਾਧੂਆਂ ਨੇ ਨੇਤਰ ਖੋਲੇ, ਫੇਰ ਬੰਦ ਕਰ ਲਏ। ਜੋ ਮਹੰਤ ਬੈਠਾ ਨਾ ਚੌਂਕੜਾ ਲਾ ਕੇ, ਬੜਾ ਸੋਹਣਾ ਜਿਹਾ ਚਿਹਰਾ ਦੀਦਾ, ਉਹਨੇ ਗੁਰੂ ਸਾਹਿਬ ਨੂੰ ਇੱਕ ਵਾਰ ਤੱਕਿਆ, ਤੱਕ ਕੇ ਅੱਖਾਂ ਬੰਦ ਕਰ ਲਈਆਂ। ਕਹਿੰਦੇ ਇਹਨਾਂ ਬਾਲਕਾਂ ਦੇ ਹੱਥ ਦੇ ਵਿੱਚ ਬੱਚੇ ਹੀ ਨੇ ਉਮਰ ਕਰਕੇ, ਪੈਸੇ ਫੜੇ ਹੋਏ ਸੀ। ਸਾਧੂਆਂ ਨੇ ਮਾਇਆ ਵੱਲ ਤੱਕਿਆ ਵੀ ਨਹੀਂ। ਘਰ ਬੰਧਨ ਤਿਨ ਕੇ ਟਿਗ ਬੈਸੇ, ਕੋ ਭੰਜ ਨਿਕਟ ਰਘੂਤਮ ਜੈਸੇ। ਗੁਰੂ ਸਾਹਿਬ ਨੇ ਨਾ ਲੰਮਿਆਂ ਪੈ ਕੇ ਮਹਾਂਪੁਰਖਾਂ ਨੂੰ ਮੱਥਾ ਟੇਕਿਆ, ਸਤਿਕਾਰ ਦੇਖੋ। ਗੁਰੂ ਨਾਨਕ ਸਾਹਿਬ ਮੱਥਾ ਟੇਕ ਰਹੇ ਆ, ਇੱਕ ਫਕੀਰ ਸਾਧੂ ਨੂੰ ਮੱਥਾ ਟੇਕਿਆ, ਕੋਲੇ ਬਹਿ ਗਏ। ਕਹਿੰਦੇ ਮਹਾਂਪੁਰਖਾਂ ਨੇ ਨੇਤਰ ਖੋਲੇ। ਇੱਥੇ ਕਵੀ ਦ੍ਰਿਸ਼ ਦਿੰਦੇ ਆ, ਕਹਿੰਦੇ ਜਿਵੇਂ ਰਾਮਚੰਦਰ ਅਗਸਤ ਮੁਨੀ ਕੋਲ ਬੈਠੇ ਸੀ ਨਾ ਸ਼ਰਨ ਤੇ ਜਾ ਕੇ, ਮੰਨ ਲਓ ਅਗਸਤ ਮੁਨੀ ਦੇ ਵਾਂਗ ਉਹ ਮਹਾਂਪੁਰਖ ਉੱਚੇ ਲੰਬੇ ਕੱਦ ਕਾਠ ਦੇ ਰੁੱਖ ਨਾਲ ਪਿੱਠ ਲਾ ਕੇ ਚੌਂਕੜਾ ਲਾ ਕੇ ਬੈਠੇ ਆ, ਤੇ ਗੁਰੂ ਸਾਹਿਬ ਲੋਈ ਦੀ ਬੁੱਕਲ ਮਾਰ ਕੇ ਸਾਹਮਣੇ ਬੈਠੇ ਭਾਈ ਵਾਲੇ। ਦੂਰ ਦੂਰ ਤੱਕ ਦਰਖਤਾਂ ਦਾ ਜਿੱਥੇ ਝੁੰਡ ਹੈ, ਸਾਧੂ ਹੀ ਸਾਧੂ ਬੈਠੇ ਆ ਆਪਣੀ ਆਪਣੀ ਬੰਦਗੀ। ਕਹਿੰਦੇ ਮਰਦ ਨੇ ਉਹਨਾਂ ਵੱਲ ਤੱਕਿਆ, ਨੇਤਰ ਨੀਵੇਂ ਕਰ ਲਏ, ਕਿਉਂਕਿ ਇਹਨਾਂ ਮਹਾਂਪੁਰਖਾਂ ਦੇ ਮੁਖ ਤੇ ਚਿੱਟਾ ਸਫੇਦ ਦਾੜਾ, ਚਿੱਟੇ ਕੇਸ, ਜਟਾਵਾਂ ਬੰਨੀਆਂ ਹੋਈਆਂ ਨੇ, ਚਿਹਰੇ ਦਾ ਰੰਗ, ਚਿਹਰੇ ਦਾ ਨੂਰ ਚੜ੍ਹਦੀ ਕਲਾ ਚ ਜਿਵੇਂ ਸੋਨਾ ਤਪਦਾ ਹੋਵੇ, ਏਦਾਂ ਚਿਹਰਾ ਮਹਾਂਪੁਰਖਾਂ ਦਾ ਦਗ ਦਗ ਕਰਦਾ ਏ। ਮੇਰੇ ਦੁਲ ਮਦਰ ਕਰਨਾ ਸੰਗ ਸਾਨੀ, ਬੋਲੇ ਪਰਮ ਮਨੋਹਰ ਬਾਣੀ। ਮਹਾਂਪੁਰਖ ਤੇ ਬੇਪਰਵਾਹ ਨੇ ਉਹ ਨਹੀਂ ਬੋਲੇ, ਗੁਰੂ ਨਾਨਕ ਸਾਹਿਬ ਬੋਲੇ ਹੱਥ ਜੋੜ ਕੇ, ਬੜੇ ਮਿੱਠੇ ਬੋਲ, ਮਧੁਰ ਜੀ ਆਵਾਜ਼। ਆਖਣ ਲੱਗੇ ਤਪਸਵੀ ਜੀ, ਮਹਾਂਪੁਰਖੋ ਨਮਸਕਾਰ ਹੈ, ਚਰਨ ਵੰਦਨਾ ਹੈ। ਕਹਿੰਦੇ ਜਦ ਉਸ ਮਹਾਂਪੁਰਖ ਨੇ ਕੋਮਲ ਬੋਲ ਸੁਣੇ, ਮਨ ਉਹਦਾ ਵੀ ਢਲ ਗਿਆ ਏ। ਨਗਨ ਅੰਗ ਦਿਨ ਰਹਿਣ ਬਿਤਾਵਤ, ਪਹਿਰਤ ਨਹੀਂ ਕੇ ਹਾਥ ਨਾ ਆਵਤ। ਕਿੰਨੇ ਸਿੱਧੇ ਤੇ ਸਰਲ ਸੁਭਾਅ ਦੇ ਨੇ ਗੁਰੂ ਨਾਨਕ ਪਾਤਸ਼ਾਹ, ਜ਼ਾਹਰ ਹੀ ਨਹੀਂ ਕਰਦੇ ਅਸੀਂ ਰੱਬਾਂ। ਹੱਥ ਜੋੜ ਕੇ ਪਤਾ ਕੀ ਕਹਿੰਦੇ, ਸਤਿਪੁਰਸ਼ੋ ਤੁਸੀਂ ਤਨ ਤੇ ਬਸਤਰ ਕਿਉਂ ਨਹੀਂ ਪਾਏ? ਮਾਇਆ ਨਹੀਂ ਤੁਹਾਡੇ ਕੋਲ, ਗਰੀਬੀ ਹੈ ਜਾਂ ਵੈਸੇ ਨਹੀਂ ਪਾਏ? ਤਨ ਕਿਉਂ ਨਹੀਂ ਰੱਜਿਆ ਹੋਇਆ? ਲੱਗਦਾ ਤੁਸੀਂ ਭੁੱਖੇ ਪਿਆਸੇ ਹੋਵੋਗੇ, ਤੁਹਾਡਾ ਪੇਟ ਪਿੱਠ ਨਾਲ ਲੱਗਿਆ ਹੋਇਆ, ਖਾਲੀ ਪੇਟ ਦੇ ਸਾਹ, ਪਤਾ ਨਹੀਂ ਕਿੰਨੇ ਦਿਨਾਂ ਦੇ ਭੁੱਖੇ ਪਿਆਸੇ ਬੈਠੇ ਆ। ਕਹਿੰਦੇ ਇੰਨੇ ਮਿੱਠੇ ਬੋਲ ਸਨ, ਇਹ ਰੱਬ ਦੇ ਬੋਲ ਨੇ ਜਿਵੇਂ ਅੰਮ੍ਰਿਤ ਮਿਸ਼ਰੀ ਘੋਲਦੇ ਹੋਣ ਖਾਣਾ। ਬਾਕੀ ਸਾਧੂਆਂ ਦਾ ਤਪ ਦਾ ਧਿਆਨ ਖਿਲਰ ਗਿਆ, ਇਸ ਬਾਲਕ ਵੱਲ ਧਿਆਨ ਗਿਆ। ਬੰਦਗੀ ਬੰਦ ਕਰ ਲਈ ਸਾਰਿਆਂ ਨੇ, ਕੋਈ ਰਾਮ 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 ਗਾਉਂਦਾ ਸੀ, ਕੋਈ ਕੁਛ ਬੋਲਦਾ ਸੀ। ਕਹਿੰਦੇ ਅਚਨਚੇਤ ਵੇਖਦੇ ਆ ਵੀ ਸਾਡੇ ਤਪੀਸਰ ਦੇ ਨਾਲ ਇਹ ਬਾਲਕ ਬੱਚੇ ਗੱਲ ਕਰਨ ਵਾਲੇ ਕੌਣ ਨੇ? ਤੇ ਮਰਦ ਨੇ ਅਣਜਾਣ ਪੁਣੇ ਦਾ ਸਵਾਲ ਕੀਤਾ, ਜਿਵੇਂ ਜਾਣਦੇ ਨਹੀਂ ਹੁੰਦੇ। ਅਣਜਾਣ ਪੁਣਾ ਨਹੀਂ ਆਉਂਦਾ, ਪਰ ਜਾਣ ਬੁੱਝ ਕੇ ਕਰ ਰਹੇ ਆ। ਨਿਮਰਤਾ ਉਹਨਾਂ ਦੀ ਇਹ। ਕਹਿੰਦੇ ਮਹਾਂਪੁਰਖ ਬਸਤਰ ਕਿਉਂ ਨਹੀਂ ਪਾਏ? ਇੰਨੀ ਅੱਤ ਦੀ ਸਰਦੀ ਚਾਰੇ ਪਾਸੇ ਪੈਂਦੀ ਐ। ਇਸ ਰਿਤ ਮਹਿ ਤਨ ਸੀਤ ਸੰਤਾਵਤ, ਬਹਰੋ ਬਰਖਾ ਉਸਨ ਤਪਾਵਤ। ਵੇਖੋ ਇੰਨੀ ਸਰਦੀ ਪੈ ਰਹੀ ਹੈ, ਅੱਤ ਦੀ ਸਰਦ ਰੁੱਤ ਦੇ ਵਿੱਚ ਬੈਠਣਾ ਖੇਡਦੇ ਹਨ। ਬਰਸਾਤਾਂ ਵੀ ਤੁਸੀਂ ਇਦਾਂ ਹੀ ਕੱਢੀਆਂ, ਅੱਤ ਦੀ ਗਰਮੀ ਵੀ ਤੁਸੀਂ ਇਦਾਂ ਹੀ ਗੁਜ਼ਾਰੀ ਹੋਣੀ। ਮਹਾਂਪੁਰਖੋ ਕਿਉਂ ਸਰੀਰ ਨੂੰ ਦੁੱਖ ਦੇ ਰਹੇ ਹੋ? ਕਿਉਂ ਦੁਖੀ ਕੀਤਾ ਹੈ? ਇਹ ਮਿੱਠੇ ਬੋਲ ਸੀ, ਤਰਕ ਨਹੀਂ ਹੈ। ਅੱਜ ਸਾਡੇ ਸਿੱਖਾਂ ਦਾ ਹਾਲ ਤੇ ਮੈਂ ਕਹਿੰਦਾ ਰੱਬ ਰੱਖ ਹੈ। ਜਦ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਦੇ ਆ ਨਾ, ਸ਼ਰਮ ਆਉਂਦੀ ਆਪਣੇ ਆਪ ਨੂੰ। ਜਦੋਂ ਆਪਾਂ ਆਪਣੇ ਆਪ ਨੂੰ ਸਿੱਖਾਂ ਨਾਲ ਕੰਪੇਅਰ ਕਰਦੇ ਆ, ਸੱਚੀ ਗੱਲ ਹੈ ਜੀ, ਮੈਨੂੰ ਤੇ ਬਹੁਤ ਆਉਂਦੀ ਹੈ, ਬਹੁਤ ਜ਼ਿਆਦਾ। ਸਾਡੇ ਗੁਰੂਆਂ ਦਾ, ਸਾਡੇ ਸਿੱਖਾਂ ਪਿਆਰਿਆਂ ਦਾ ਸੁਭਾਅ ਕਿੰਨਾ ਨਿਮਰਤਾ ਵਾਲਾ ਸੀ। ਮੈਂ ਕਹਿੰਦਾ ਸਾਡੇ ਤੇ ਜ਼ਹਿਰ ਭਰਿਆ ਹੋਇਆ। ਕੋਈ ਇੱਕ ਬੰਦਾ ਕਿਸੇ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਹੋਵੇ ਨਾ, ਰੋਡ ਤੇ ਲੱਗੇ ਲੰਗਰ 'ਚ ਨੰਗਾ ਸਿਰ ਹੋਵੇ ਜਾਂ ਪੈਰ 'ਚ ਜੋੜਾ ਹੋਵੇ, ਕੋਈ ਗਲਤੀ ਨਾਲ ਲੰਗਰ ਚੁੱਤੀ ਪਾ ਕੇ ਵੜ ਜੇ,
मैं कहना खाण वाले कुत्ते वांगू पैंदे आ खुदा दा नाम। मैं कुत्ता शब्द वरते, कुत्ता भी वफादार है। साडी धरती बहुत माड़ी है। मर्द ने ते सानू कौड़ा ते रुखा बोलना सिखाया ही नहीं। बाड़ी ते नित कहती है मिठ बोलना जी हर सज्जन स्वामी मोरा। मेरा वो सज्जन प्यारा ते नित मिठा बोलदा है। साडे ते जुबान ते दातियां लगियां होईयां दंदां दी थां ते। ਅਸੀਂ ਤੇ ਮਿੱਠਾ ਬੋਲਿਆ ਹੀ ਨਹੀਂ। ਕੀ ਚਲੇ ਜਾਓ ਜੇ ਕਿਸੇ ਨੂੰ ਮਿੱਠਾ ਬੋਲਾਂਗੇ। ਕਦੇ ਚਲੇ ਜਾਓ ਸੱਚਖੰਡ ਹਰਮੰਦਰ ਸਾਹਿਬ ਤੋਂ ਲੈ ਕੇ ਨਾਂਦੇੜ ਸਾਹਿਬ ਤੱਕ, ਜੇ ਕੋਈ ਮਿੱਠਾ ਬੋਲਦੇ ਤਾਂ ਕਹਿ ਦਿਓ, ਲੱਭ ਕੇ ਵਿਖਾਓ ਇੱਕ ਵਿਰਲੇ ਨੇ। ਆ ਜਿਹੜਾ ਅਸੀਂ ਲਿਬਾਸ ਬਣਾ ਕੇ ਅੱਜ ਹੰਕਾਰ ਕਰੀ ਫਿਰਦੇ ਆ ਨਾ, ਇਹ ਤੇ ਗੁਰੂ ਸਾਹਿਬ ਨੇ ਵੀ ਨਹੀਂ ਕਦੇ ਖਿਆਲ ਕੀਤਾ ਹੋਣਾ ਵੀ ਇਹੋ ਜਿਹੇ ਵੀ ਸਿੱਖ ਹੋ ਸਕਦੇ ਹਾਂ ਜਿਨ੍ਹਾਂ ਨੂੰ ਬੋਲਣ ਦਾ ਹੀ ਨਹੀਂ ਪਤਾ, ਜਿਨ੍ਹਾਂ 'ਚ ਹਉਮੈ ਭਰੀ ਹੰਕਾਰ ਭਰਿਆ। ਸੇਵਾ ਦਾ ਹੀ ਹੰਕਾਰ ਬੜਾ ਹੈ, ਬੰਦਗੀ ਦਾ ਹੀ ਹੰਕਾਰ ਬੜਾ ਹੈ। ਆ ਵੇਖ ਲੋ ਰੱਬ ਪਿਆਰਾ ਹੱਥ ਜੋੜੇ ਹੋਏ ਆ, ਕਹਿੰਦੇ ਮਹਾਂਪੁਰਖੋ ਇੰਨੀ ਗਰਮੀ ਪੈਂਦੀ ਹੈ, ਇੰਨੀ ਠੰਡ ਪੈਂਦੀ ਹੈ, ਕਿੰਨੀਆਂ ਰੁੱਤਾਂ ਉੱਪਰ ਦੀ ਆ ਕੇ ਗੁਜ਼ਰ ਜਾਂਦੀਆਂ ਨੇ, ਤੁਸੀਂ ਇੱਥੇ ਚਟਾਨ ਵਾਂਗ ਬੈਠੇ ਹੋ। ਕਿਉਂ ਸਰੀਰ ਨੂੰ ਤਸੀਹੇ ਦਿੱਤੇ ਨੇ। ਅਚਵਹੁ ਅਸਨ ਕੇ ਰਹੋ ਅਨਸਨ, ਦੇਤ ਖੇਦ ਤਨ ਜਿਉ ਬਿਨ ਬਸਨਾ। ਅਸੀਂ ਜਾਣਨਾ ਚਾਹੁੰਦੇ ਆ ਆਪ ਜੀ ਭੋਜਨ ਛਕਦੇ ਹੋ ਜਾਂ ਅਨ ਅਸਨਾ ਭੁੱਖੇ ਰਹਿੰਦੇ ਹੋ। ਪ੍ਰੇਮ ਦੀਆਂ ਬੇਨਤੀਆਂ ਸੀ, ਐਵੇਂ ਨਹੀਂ ਕਿਤੇ ਵੀ ਗੁਰੂ ਸਾਹਿਬ ਨੇ ਜਾ ਕੇ ਆਖਿਆ ਜਾਂ ਭਸਮ ਹੋ ਜਾਏਗਾ ਤੇਰਾ ਕਰ। ਸੁਣਿਆ ਕਿਤੇ? ਗੁਰੂ ਨਾਨਕ ਸਾਹਿਬ ਜੀ ਦਾ ਸਾਰਾ ਇਤਿਹਾਸ ਸੁਣ ਲਓ, ਇੱਕ ਸ਼ਬਦ ਲੱਭ ਕੇ ਵਿਖਾ ਦਿਓ ਜਿੱਥੇ ਮੇਰੇ ਬਾਬੇ ਨਾਨਕ ਨੇ ਕਿਤੇ ਕੌੜਾ ਸ਼ਬਦ ਬੋਲਿਆ ਹੋਵੇ। ਉਹ ਜਿਨ੍ਹਾਂ ਨੇ ਪੱਥਰ ਵੀ ਮਾਰੇ ਨਾ, ਉਹਨਾਂ ਨੂੰ ਵੀ ਕਹਿ ਕੇ ਵਸਦੇ ਰਹੋ। ਉਹਨਾਂ ਨੂੰ ਵੀ ਕਿਹਾ ਵਸੋ। ਜਿਨ੍ਹਾਂ ਡਾਂਗਾ ਸੋਟਿਆਂ ਨਾਲ ਮਾਰਿਆ ਸੀ, ਗੁਰੂ ਸਾਹਿਬ ਨੂੰ ਕੁੱਟਿਆ ਸੀ, ਕਹਿੰਦੇ ਵਸੋ। ਮਿਲ ਸਕਦਾ ਗੁਰੂ ਨਾਨਕ ਸਾਹਿਬ ਵਰਗਾ ਗੁਰੂ ਕਿਤੇ? ਬੜੇ ਪਿਆਰ ਦੇ ਗੁਰੂ ਜਦੋਂ ਮਹਾਰਾਜ ਨੇ ਬੋਲੇ ਨਾ, ਕਹਿੰਦੇ ਸਾਧੂ ਨੇੜੇ ਆ ਕੇ ਬੈਠਣ ਲੱਗੇ, ਤਪ ਛੱਡ ਕੇ ਕੋਲੇ ਆ ਗਏ ਸਾਰੇ। ਪਾਣੀ ਚੋਂ ਨਿਕਲ ਕੇ ਕੋਈ ਆ ਗਿਆ, ਕੋਈ ਕਿਤੇ ਬੈਠਾ ਸੀ ਨੇੜੇ ਆ ਗਿਆ। ਕਹਿੰਦੇ ਇੰਨੇ ਧੀਮੇ ਬੋਲ, ਇੰਨਾ ਰਹੱਸ, ਇੰਨਾ ਠਹਿਰਾ। ਜਿੰਨਾ ਇਨਸਾਨ ਦਿਲ ਦਾ ਮਿੱਠਾ ਹੋਏਗਾ ਓਨੀ ਆਵਾਜ਼ ਧੀਮੀ ਹੋਏਗੀ। ਤੇ ਜਿੰਨਾ ਮੇਰੇ ਵਾਂਗੂ ਬੁੜਕਦਾ ਫਿਰਦਾ ਅੰਦਰੋਂ ਖਾਲੀ ਹੁੰਦਾ। ਆਖੋ ਸਤਿਨਾਮ। ਰਸੋਈ 'ਚ ਕਿਹੜੇ ਭਾਂਡੇ ਖੜਕਦੇ ਆ ਜੀ? ਸੱਚੀ ਦੱਸਿਓ, ਭੈਣਾਂ ਨੂੰ ਜ਼ਿਆਦਾ ਪਤਾ ਹੈ। ਖਾਲੀ ਖੜਕਦੇ ਆ। ਜੀ 'ਚ ਸਬਜ਼ੀ ਭਰੀ ਹੈ, ਘਿਓ ਪਿਆ, ਲੂਣ ਮਿਰਚ ਪਿਆ, ਕਦੇ ਖੜਕਦੇ ਆ? ਖੜਕੂ ਜਿਹੜਾ ਖਾਲੀ ਹੈ। ਤੇ ਜੇ ਕੋਈ ਮੇਰੇ ਵਰਗਾ ਬੁੜਕਦਾ ਫਿਰਦਾ ਗੁਰਦੁਆਰੇ, ਮੰਦਰ, ਮਸਜਿਦ, ਹਿਸਾਬ ਲਾ ਲਓ ਜਿੱਡੇ ਮਰਜ਼ੀ ਕੱਪੜੇ ਪਾਈ ਫਿਰਦਾ, ਭਾਈ ਅੰਦਰੋਂ ਖਾਲੀ ਹੋਈ ਆ। ਖੁਦਾ ਦਾ ਨਾਮ ਕੁਛ ਨਹੀਂ ਹੈ। ਮਰਦ ਲਿਖਦੇ ਆ ਨਾ, ਕਹੋ ਕਬੀਰ ਛੂਛਾ ਘੱਟ ਡੋਲੇ। ਛੂਛਾ ਨਾਮ ਹੈ ਖਾਲੀ ਦਾ, ਭਰਿਆ ਹੋਏ ਸੋ ਕਬੂ ਨਾ ਡੋਲੇ। ਕਹਿੰਦੇ ਜਿਹੜਾ ਭਾਂਡਾ ਭਰਿਆ ਉਹ ਡੋਲਦਾ ਕਿਤੇ, ਉਹ ਡੁੱਲੇ ਨਹੀਂ ਸੀ ਆਰਿਆਂ ਨਾਲ ਵੀ ਚਿਰਵਾ ਕੇ ਤਾਂ ਖੋਪਰੀਆਂ ਲਵਾਈਆਂ, ਭਰੇ ਭਾਂਡੇ ਸੀ, ਨਹੀਂ ਡੁੱਲੇ। ਖਾਲੀ ਬਰਤਨ ਤੇ ਪਲਾਂ 'ਚ ਹੀ ਖੜਕ ਜਾਂਦਾ ਹੈ। ਗੁਰੂ ਸਾਹਿਬ ਦੇ ਬਚਨ ਸੀ ਗੌਰਿਆਂ ਵਾਲੇ। ਇੱਕ ਹੁੰਦਾ ਹੌਰਾ ਤੇ ਦੂਜਾ ਹੁੰਦਾ ਗੌਰਾ। ਇਹ ਦੋਨੇ ਸ਼ਬਦ ਬਾਣੀ ਨੇ ਵਰਤੇ, ਕਦੇ ਮਹਾਨ ਕੁਛ ਪੜ੍ਹਿਓ ਪਤਾ ਲੱਗ ਜਾਣਾ ਹੈ। ਗੌਰਾ ਕਹਿੰਦੇ ਨੇ ਭਾਰੇ ਨੂੰ, ਨਿਵੇ ਸੋ ਗੌਰਾ ਹੋਏ। ਸੁਣਿਆ? ਹੌਰਾ ਹਲਕਾ, ਹੁੱਛਾਪਨ। ਗੁਰੂ ਸਾਹਿਬ ਨੇ ਇਹਨਾਂ ਸ਼ਬਦਾਂ ਨੂੰ ਖੂਬ ਬਾਣੀ ਵਿੱਚ ਵਰਤਿਆ ਹੋਇਆ ਹੈ। ਗੁਰੂ ਨਾਨਕ ਜੀ ਦੇ ਬਚਨਾਂ ਨੂੰ ਸੁਣ ਕੇ ਨਾ ਉਹ ਮਹਾਂਪੁਰਖ ਤਰਜੀਹ ਦੇ ਕੇ ਸੁਣ ਲੈਂਦੇ, ਜਿਹੜੇ ਬੇਪਰਵਾਹ ਨੇ, ਕਿਸੇ ਦੀ ਨਹੀਂ ਸੁਣਦੇ। ਬਾਕੀ ਵੀ ਕੋਲ ਬੈਠੇ ਮਰਦ ਕਹਿੰਦੇ ਮਹਾਂਪੁਰਖੋ ਏਦਾਂ ਹੀ ਰਹਿੰਦੇ ਹੋ ਭੁੱਖੇ ਪਿਆਸੇ। ਪਰ ਇੱਕ ਗੱਲ ਸਮਝ ਨਹੀਂ ਆਈ, ਤੁਸੀਂ ਭਗਤੀ ਕਰਦੇ ਹੋ, ਤੁਹਾਨੂੰ ਲੱਖ ਵਾਰ ਨਮਸਕਾਰ, ਦੁੱਖ ਲੱਗਦਾ ਤੁਸੀਂ ਸਰੀਰ ਨੂੰ ਦੁੱਖ ਦੇ ਰਹੇ ਹੋ। ਆਖੋ ਸਤਿਨਾਮ। ਸਾਥੋਂ ਬਰਦਾਸ਼ਤ ਨਹੀਂ ਕੀਤਾ। ਐਡੀ ਸੋਹਣੀ ਕੰਚਨ ਵਰਗੀ ਦੇਹੀ, ਸਵਾਹ ਨਾਲ ਲਬਾਲਬ ਭਰੀ। ਸਾਧੂ ਸਵਾਹ ਕਿਉਂ ਲਾਉਂਦੇ ਸਰੀਰ ਤੇ? ਅਸਲ 'ਚ ਕਾਰਨ ਇਹਦਾ ਪਤਾ ਕੀ ਹੁੰਦਾ? ਮਕਸਦ ਇਹ ਮਾੜੀ ਨਹੀਂ ਹੈ। ਉਹ ਕਹਿੰਦੇ ਜ਼ਿੰਦਗੀ ਦੀ ਅਸਲੀਅਤ ਹੈ ਮਰ ਕੇ ਇੱਕ ਦਿਨ ਰਾਖ ਹੋਣਾ ਹੈ। ਤੇ ਜਿਹਨੇ ਤਨ ਤੇ ਰਾਖ ਮਲੀ ਹੁੰਦੀ ਆ ਨਾ, ਉਹ ਪੈਸੇ ਇਕੱਠੇ ਨਹੀਂ ਕਰਦਾ ਹੁੰਦਾ, ਉਹ ਪਦਾਰਥ ਨਹੀਂ ਇਕੱਠੇ ਕਰਦਾ। ਕਹਿੰਦਾ ਮੇਰੀ ਔਕਾਤ ਸਿਰਫ ਇਹੀ ਹੈ ਜੋ ਤਨ ਤੇ ਹੈ। ਯਾਦ ਰੱਖਣ ਲਈ ਇੱਕ ਸਾਈਨ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੋਨੇ ਹੱਥ ਜੋੜੇ ਤੇ ਬੜੇ ਪਿਆਰ ਨਾਲ ਭਾਈ ਬਾਲਾ ਜੀ ਨਾਲ ਬੈਠੇ ਸੀਸ ਹਿਲਾਉਂਦੇ ਆ ਵੀ ਜੋ ਗੁਰੂ ਸਾਹਿਬ ਕਹਿੰਦੇ ਸੱਚ ਕਹਿੰਦੇ। ਅੰਦਰੋਂ ਚਿੰਤਾ ਪਈ ਹੋਈ ਹੈ ਵੀ ਵੇਖੀ ਮਹਾਰਾਜ ਅਜੇ ਤੇ ਪੈਸੇ ਆਪਣੇ ਕੋਲ ਹੀ ਨੇ, ਵੇਖਿਓ ਲਾਈਨਾਂ ਦੇ ਉੱਤੇ। ਕੀ ਪਤਾ ਬਾਬਿਆਂ ਦਾ ਕਹਿ ਦੇਣ ਵੀ ਭੁੱਖੇ ਆ ਜੀ, ਲਿਆਓ ਭੋਜਨ, ਲਿਆਓ ਕੱਪੜੇ। ਹੋ ਸਕਦਾ ਹੈ। ਤਕਰੀਬਨ ਧਰਮ ਦੇ ਨਾਂ ਤੇ ਘਰਾਂ ਚਾਹੁੰਦੇ ਨਹੀਂ ਮੰਗਣ ਵਾਸਤੇ। ਮੈਂ ਕਹਿੰਦਾ ਜਿੰਨਾ ਮਰਜ਼ੀ ਕਹਿ ਲਓ, ਲਿਆ ਵੀ ਪਾ ਪੈਸੇ, ਕੋਈ ਦਕਸ਼ਣਾ ਦੇ ਦੇ। ਜੇ ਕਹੇ ਬਾਬਾ ਜੀ ਪਰੌਂਠੇ ਬਣੇ ਖਾ ਲਾ, ਉਹ ਨਾ ਭਗਤਾ ਪਿੱਛੇ ਖਾ ਕੇ ਆਇਆ, ਉਹ ਇਹਨੇ ਰੋਟੀ ਥੋੜਾ ਖਾਣੀ ਹੈ।
ਇਹ ਤਾਂ ਬੈਂਕ ਭਰਦਾ ਫਿਰਦਾ, ਆਖੋ ਸਤਨਾਮ। ਇਹਦਾ ਮਕਸਦ ਇਹ ਹੀ ਹੈ, ਇੱਥੋਂ 20 ਮਿਲ ਜਾਣਗੇ, ਜੇ 500 ਘਰਾਂ ਦੇ ਵਿੱਚੋਂ 250 ਘਰਾਂ ਨੇ ਦੇਤੇ, ਕਿੰਨੇ ਬਣਨੇ ਬਾਬੇ ਨੂੰ ਦਾਦਾ ਦੇ ਹਿਸਾਬ ਨਾਲ? ਠੀਕ ਹੈ, ਸਾਰੇ ਮਾੜੇ ਨਹੀਂ ਹੁੰਦੇ, ਬਹੁਤਾਤ ਵਿੱਚ ਪਖੰਡ ਹੈ, ਬਹੁਤਾਤ ਵਿੱਚ। ਪਰ ਆਹ ਜਿਹੜੇ ਸਾਧੂ ਬੈਠੇ ਜੰਗਲ ਦੇ ਵਿੱਚ ਮੰਗਿਆ ਇਹਨਾਂ ਨੇ ਕਿਸੇ ਨੂੰ? ਗੁਰੂ ਸਾਹਿਬ ਆਏ ਆ, ਜੇ ਇਹਨਾਂ ਨੂੰ ਪਤਾ ਹੁੰਦਾ ਵੀ ਇਹ ਬੱਚੇ ਪੈਸੇ ਲੈ ਕੇ ਆਏ, ਉਹ ਅੱਗੇ ਪਿੱਛੇ ਭੱਜੇ ਫਿਰਨਾ ਸੀ ਇਹਨਾਂ ਨੇ। ਜੇ ਲਾਲਚੀ ਹੁੰਦੇ ਕਹਿਣਾ ਸੀ ਲਿਆਓ ਪਾਣੀ, ਹਾਂਜੀ ਜੀ ਆਇਆਂ ਨੂੰ, ਇੱਥੇ ਬੈਠੋ ਉੱਥੇ ਬੈਠੋ। ਨਹੀਂ, ਮਾਇਆ ਵੇਖ ਕੇ ਕਹਿੰਦੇ ਸਾਧੂ ਦਾ ਤਿਆਗ ਦੇਖੋ। ਉਹਨੇ ਵੇਖਿਆ ਤੱਕ ਨਹੀਂ ਪੈਸਿਆਂ ਵੱਲ ਵੀ ਗੁਰੂ ਸਾਹਿਬ ਦੇ ਹੱਥ 'ਚ ਪੈਸੇ ਆ, ਉਹ ਵੀ ਲੱਖਾਂ ਰੁਪਏ, ਉਦੋਂ ਦੇ ਵੀ ਅੱਜ ਦੇ ਲੱਖਾਂ। ਬਹੁਤ ਕਦਰ ਸੀ ਉਦੋਂ 20 ਰੁਪਏ ਦੀ। ਪਿਤਾ ਨੇ ਸੋਚ ਸਮਝ ਕੇ ਦਿੱਤੇ ਸੀ, ਘੋੜੇ ਘੂੜੇ ਖਰੀਦਣਗੇ, ਅੱਗੇ ਵੇਚ ਲੈਣਗੇ, ਹੋਰ ਖਰੀਦ ਲੈਣਗੇ, ਇਹਨਾਂ ਨੂੰ ਕਮੀ ਨਾ ਆਵੇ ਕੋਈ, ਵੀ ਲੱਖਾਂ ਕਮਾ ਕੇ ਆਉਣਗੇ। ਪਰ ਅੱਜ ਮਹਾਰਾਜ ਕਿੱਥੇ ਬੈਠੇ ਆ? ਦੇਖੋ ਭਾਈ ਬਾਲਾ ਜੀ ਕਿੰਨਾ ਵਿਸਥਾਰ ਕਰ ਰਹੇ ਆ। ਕਹਿੰਦੇ ਉਸ ਵੇਲੇ ਦੇ ਇਹ ਹਾਲਾਤ ਸਨ। ਨਾਨਕ ਪਾਤਸ਼ਾਹ ਨੇ ਇਹ ਅਰਜ਼ ਗੁਜ਼ਾਰੀ ਹੈ, ਪ੍ਰਭਾਵਾਨ ਸੁੰਦਰ ਸਰਬੰਗਾ ਭਸਮ ਸੰਗ ਸੋ ਕੀਨ ਕੁਰੰਗਾ। ਸਾਹਮਣੇ ਬੈਠੇ ਤਪਸਵੀ ਨੇ ਕੋਈ ਜਵਾਬ ਨਹੀਂ ਦਿੱਤਾ। ਮਰਦ ਨੇ ਅਗਲਾ ਸਵਾਲ ਕਰਤਾ, ਕਹਿੰਦੇ ਸੋਨੇ ਵਰਗਾ ਸੋਹਣਾ ਸਰੀਰ ਕਿਉਂ ਮਿੱਟੀ ਵਿੱਚ ਧੂੜ ਨਾਲ ਭਰਿਆ? ਮਹਾਂਪੁਰਖੋ ਇੰਨੇ ਸੋਹਣੇ ਅੰਗ ਰੱਬ ਨੇ ਤੁਹਾਨੂੰ ਦਿੱਤੇ ਆ ਸਰੀਰ ਦੇ, ਇਹਨਾਂ ਦਾ ਕੀ ਕਸੂਰ ਹੈ? ਇਹ ਕਿਉਂ ਦਰਗਾਏ ਹੋਏ ਆ? ਤਪੱਸਿਆ ਨਾ, ਕੋਈ ਅੱਗ ਵਾਲੀ ਬੈਠਾ ਜੀ, ਸਾੜਿਆ ਪਿਆ ਸਰੀਰ, ਮਾਸ ਸੜਿਆ ਪਿਆ ਸਰੀਰ ਦਾ। ਕੋਈ ਠੰਡੇ ਪਾਣੀ 'ਚ ਬਹਿ ਕੇ ਸਕਿਨ ਖਰਾਬ ਕਰੀ ਹੋਈ ਹੈ। ਸਾਧੂਆਂ ਨੇ ਤਪ ਕਰਨਾ, ਘੋਰ ਤਪ, ਦੁੱਖ ਦੇਣੀ ਸਰੀਰ ਨੂੰ। ਮਹਾਰਾਜ ਕਹਿੰਦੇ ਅੰਨ ਨਾ ਖੀਜੈ ਦੇਹੀ ਦੁੱਖ ਦੀਜੈ। ਉਹ ਰੱਬ ਨਹੀਂ ਮਿਲਦਾ। ਪਰ ਇਹਨਾਂ ਦੇ ਅੰਦਰ ਸੰਤੋਖ ਬੜਾ ਸੀ, ਜਿਹੜੇ ਬੈਠੇ ਸੀ ਨਾ, ਸੰਤੋਖੀ ਸਨ। ਗੁਰੂ ਸਾਹਿਬ ਨੇ ਅਗਲਾ ਸਵਾਲ ਵੀ ਕਰਤਾ, ਕਿਉਂਕਿ ਮਹਾਰਾਜ ਨੇ ਜਿਹੜੇ ਸਵਾਲ ਕੀਤੇ ਫਿਰ ਉਹਨਾਂ ਜਵਾਬ ਵੀ ਤੇ ਲੈਣੇ ਆ ਇਹਨਾਂ ਚੀਜ਼ਾਂ ਦੇ। ਤਾਂ ਸਵਾਲ ਕਰ ਰਹੇ ਆ ਵੀ ਇੰਨੇ ਸੋਹਣੇ ਅੰਗ ਨੇ ਸਰੀਰ ਦੇ, ਮਿੱਟੀ ਨਾਲ ਮਿੱਟੀ ਹੋਏ ਪਏ ਨੇ। ਸੰਤ ਰੂਪ ਮਤ ਭਲੋ ਉਟੰਗਾ ਉੱਤਰ ਦੀਜੈ ਸੰਗ ਅਮੰਗਾ। ਲਾਸਟ ਸਵਾਲ ਮਹਾਰਾਜ ਨੇ ਕੀਤਾ, ਕਹਿੰਦੇ ਕੋਈ ਸੰਤ ਰੂਪ ਹੋ ਤੁਸੀਂ, ਮਹਾਨ ਸੰਤੋਂ? ਜੇ ਮਹਾਨ ਸੰਤੋਂ ਤੇ ਉੱਤਰ ਦਿਓ। ਗੁਰੂ ਸਾਹਿਬ ਨੇ ਨਜ਼ਰ ਭਰ ਕੇ ਵੇਖਿਆ ਵੀ ਸੰਤ ਸ਼ਬਦ ਸੁਣ ਕੇ ਕਿਤੇ ਖੁੱਲਿਆ ਤੇ ਨਹੀਂ, ਆਖੋ ਸਤਨਾਮ। ਅੰਕਾਰ ਤੇ ਨਹੀਂ ਗਿਆ। ਐਵੇਂ ਕਿਸੇ ਨੂੰ ਕਹਿ ਦੋ ਤੁਰੇ ਫਿਰਦੇ ਨੂੰ, ਗਿਆਨੀ ਦੀ ਬੜੀ ਕਿਰਪਾ ਤੁਹਾਡੇ ਤੇ, ਮੈਂ ਕਹਿੰਦਾ ਧਰਤੀ ਤੇ ਪੈਰ ਹੀ ਨਹੀਂ ਲੱਗਦੇ। ਕੋਈ ਆਖੇ ਮਹਾਂਪੁਰਖੋ ਧੰਨ ਹੋ ਤੁਸੀਂ ਭਾਈ, ਧੰਨ ਤੁਹਾਡੀ ਸੇਵਾ, ਇੱਥੇ ਖਤਮ ਕਰ ਲਈ ਜੀ। ਇਹਨਾਂ ਨੂੰ ਸੁਣ ਗਿਆ ਕਿ ਕਿੱਥੇ ਆ? ਜਿਹੜੀ ਸੇਵਾ ਕੀਤੀ ਸਿਫਤ ਸੁਣ ਲਈ ਹੈ, ਇਹੀ ਆਸ ਸੀ ਲੋਕੀ ਮੈਨੂੰ ਸੇਵਾਦਾਰ ਕਹਿਣ, ਲੋਕੀ ਮੈਨੂੰ ਮਹਾਂਪੁਰਖ ਕਹਿਣ, ਲੋਕੀ ਮੈਨੂੰ ਗੁਰਮੁਖ ਕਹਿਣ, ਲੋਕੀ ਮੈਨੂੰ ਬੰਦਗੀ ਵਾਲਾ ਨਿਤਨੇਮੀ ਕਹਿਣ। ਨਾ ਸੁਣੋ ਇਹ ਚੀਜ਼ਾਂ। ਕੋਸ਼ਿਸ਼ ਕਰੋ ਜਿੱਥੇ ਕੋਈ ਇਹ ਗੱਲ ਕਹਿੰਦਾ ਹੱਥ ਜੋੜ ਦਿਓ, ਭਰਾ ਬਖਸ਼ ਲੈ, ਨਾ ਬੋਲ। ਮੈਨੂੰ ਵੀ ਪਤਾ ਤੂੰ ਗੱਲ ਤੋਂ ਉੱਪਰੋਂ ਹੀ ਬੋਲਦਾ ਹੈ, ਅੰਦਰੋਂ ਤੇ ਤੂੰ ਵੀ ਨਹੀਂ ਕਹਿੰਦਾ। ਕਿਉਂ ਜ਼ਹਿਰ ਦਾ ਟੀਕਾ ਕਿਸੇ ਨੂੰ ਲਾਉਣਾ ਹੈ? ਕਿਉਂ ਕਿਸੇ ਦੀ ਝੂਠੀ ਤਾਰੀਫ ਕਰਕੇ ਉਹਨੂੰ ਧਰਮ ਤੋਂ ਤੋੜਨਾ ਹੈ? ਇਹ ਤੋਂ ਵੱਡਾ ਕੋਈ ਪਾਪ ਨਹੀਂ ਹੋ ਸਕਦਾ। ਕਿਸੇ ਧਰਮੀ ਬੰਦੇ ਨੂੰ, ਸੇਵਾ ਕਰਦੇ ਨੂੰ, ਨਾਮ ਜਪਦੇ ਨੂੰ ਜਾ ਕੇ ਆਖੋ ਤੂੰ ਗੁਰਮੁਖ ਬਹੁਤ ਵੱਡਾ, ਤੇਰੇ ਤੇ ਬੜੀ ਕਿਰਪਾ। ਨਾ ਭਾਈ, ਮਰਦ ਸਾਰੀ ਬਾਣੀ 'ਚ ਇਹਨਾਂ ਚੀਜ਼ਾਂ ਤੋਂ ਬਚਾਉਂਦੇ ਆ। ਪਿਆਰਿਆ, ਜੇ ਕਿਸੇ ਨੇ ਤੇਰੀ ਸਿਫਤ ਕਰਤੀ, ਤੇਰੇ ਅੰਦਰ ਹਉਮੈ ਆ ਜਾਣੀ ਹੈ ਧਰਮ ਦੀ, ਵੀ ਮੈਂ ਕੁਝ ਖਾਸ ਲੱਗਦਾ, ਮੈਨੂੰ ਤਾਂ ਚੰਗਾ ਨਹੀਂ ਲੱਗਦਾ। ਫਿਰ ਤੂੰ ਕੀ ਕਰੇਗਾ? ਲੋਕਾਂ ਨੂੰ ਨੀਵਾਂ ਵਿਖਾਏਗਾ, ਆਪ ਮਹਾਨ ਬਣ ਕੇ ਭੱਜੇਗਾ, ਵੱਡਾ ਬਣ ਕੇ ਵਿਖਾਏਗਾ। ਇਹ ਚੀਜ਼ਾਂ ਦਿਲ ਦਿਮਾਗ ਦੇ ਖਿਆਲ 'ਚ ਵੀ ਨਹੀਂ ਹੋਣੀਆਂ ਚਾਹੀਦੀਆਂ। ਮਰਦ ਕਹਿੰਦੇ ਮਹਾਂਪੁਰਖੋ ਜਵਾਬ ਦਿਓ ਜੀ, ਜੇ ਤੁਸੀਂ ਸੰਤ ਹੋ ਤੇ ਫਿਰ ਆਹ ਕਿਉਂ ਕੀਤਾ ਹੋਇਆ? ਸੰਤ ਦਾ ਅਰਥ ਤੇ ਹੁੰਦਾ ਸ਼ਾਂਤ, ਸੰਤ ਦਾ ਅਰਥ ਹੁੰਦਾ ਹੈ ਸਾਦਗੀ, ਸੰਤ ਦਾ ਅਰਥ ਹੁੰਦਾ ਪਿਆਰਾ, ਸੰਤ ਦਾ ਅਰਥ ਹੁੰਦਾ ਗੁਰਮੁਖ, ਸੰਤ ਦਾ ਅਰਥ ਹੁੰਦਾ ਵੱਡਾ ਗੁਰਬਾਣੀ ਦੇ ਮੁਤਾਬਿਕ। ਮਰਦ ਕਹਿੰਦੇ ਸੰਤ ਜੀ, ਜੇ ਤੁਸੀਂ ਸੰਤ ਹੋ ਸੱਚਮੁੱਚ, ਇਹਨਾਂ ਚੀਜ਼ਾਂ ਦੇ ਸਾਨੂੰ ਭੇਦ ਦੱਸ ਦਿਓ। ਲਿਖੀ ਕੇਸ ਸੁਣ ਬੋਲਿਓ ਬਾਣੀ ਮੁਕਤ ਜੋ ਮਾਰਗ ਤਾਂ ਰਸ ਸਾਨੀ। ਕਹਿੰਦੀ ਉਸ ਵੇਲੇ ਬੋਲੇ ਰਿਸ਼ੀਕੇਸ਼। ਰਿਸ਼ੀ ਨਾਮ ਰਿਸ਼ੀ ਦਾ, ਕੇਸ ਨਾਮ ਕੇਸਾਂ ਧਾਰੀ ਜਟਾ ਜੂਟ ਦਾ। ਆਖਣ ਲੱਗੇ ਬਾਲਕੋ, ਉਹਨਾਂ ਨੇ ਇਹੀ ਸ਼ਬਦ ਵਰਤਿਆ ਬਾਲਕ। ਅਜੇ ਪਛਾਣ ਨਹੀਂ ਕੀਤੀ, ਲੱਗ ਰਿਹਾ ਹੈ ਕੁਝ ਖਾਸ ਨੇ, ਇੰਨੀ ਛੋਟੀ ਉਮਰੇ ਪੁੱਛ ਰਹੇ ਆ। ਕਹਿੰਦੇ ਬਾਲਕੋ, ਅਜੇ ਮੁਕਤੀ ਦੇ ਰਾਹ ਤੇ ਪਹੁੰਚੇ ਤਾਂ ਨਹੀਂ, ਮੁਕਤੀ ਦੀ ਚਾਹਤ ਜ਼ਰੂਰ ਆਖੋ ਸਤਨਾਮ। ਕਿੰਨੇ ਬੈਠੇ ਬੋਲੇ ਮਹਾਂਪੁਰਖਾਂ ਦੇ। ਉਹ
ਉਹ ਹੱਥ ਜੋੜ ਕੇ ਕਹਿਣ ਲੱਗੇ ਗੁਰੂ ਸਾਹਿਬ, ਕਹਿੰਦੇ ਮੁਕਤੀ ਚਾਹੁੰਦੇ ਆ, ਮੁਕਤੀ ਦੀ ਪ੍ਰਾਪਤੀ ਵਾਸਤੇ ਇੱਥੇ ਚੌਂਕੜਾ ਲਾਇਆ ਏ। ਸਾਧ ਬੀਖ ਜਿਨ ਧਰਿਓ ਸਰੀਰਾ, ਤਾਂ ਕੋ ਚਾਹੀਤ ਸੰਜਮ ਚੀਰਾ। ਮਹਾਰਾਜ ਨੇ ਕਿਹਾ ਸੀ ਨਾ ਤੁਸੀਂ ਸੰਤ ਹੋ, ਸਾਧੂ ਹੋ। ਪਤਾ ਕੀ ਕਹਿੰਦੇ? ਕਹਿੰਦੇ ਮਹਾਰਾਜ ਅਸੀਂ ਸੰਤ ਨਹੀਂ, ਸਾਧੂ ਨਹੀਂ, ਆ ਸਾਡੇ ਸਰੀਰ ਨੇ ਇੱਕ ਸਾਧਾ ਵਾਲਾ ਲਿਬਾਸ ਧਾਰਨ ਕੀਤਾ ਹੋਇਆ ਹੈ। ਲਿਬਾਸ ਫਕੀਰਾਂ ਵਾਲਾ ਲਿਬਾਸ ਪਾਇਆ ਹੈ। ਅਜੇ ਸਾਡੀ ਬਿਰਤੀ ਤਿਆਗ ਵਾਲੇ ਪਾਸੇ ਨਹੀਂ ਗਈ, ਅਜੇ ਅਸੀਂ ਸੰਤੋਖ ਨਹੀਂ ਰੱਖਿਆ, ਜਦ ਕਿ ਉਹ ਸੰਤੋਖੀ ਵੀ ਨੇ, ਸਬਰ ਵਾਲੇ ਵੀ ਨੇ, ਅੱਗੇ ਸਾਰਾ ਕੁਝ ਬੋਲ ਦੇਣਾ ਭਾਈ ਵਾਲਾ। ਕਹਿੰਦੇ ਬੇਟਾ ਸਬਰ ਸੰਤੋਖ ਨਹੀਂ ਆਇਆ, ਅਸੀਂ ਕੌਣ? ਭਟਕਦੀ ਆਤਮਾ, ਭਟਕਦਾ ਮਨ ਹੈ ਸਾਡਾ। ਕੋਸ਼ਿਸ਼ ਕਰ ਰਹੇ ਆ ਮੁਕਤੀ ਦੇ ਪੰਥ ਰਾਹ ਤੇ ਚੱਲੀਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਨਾ ਸਾਨੂੰ ਸਮਝਾ ਕੇ, ਮੁਕਤ ਪੰਥ ਜਾਣਿਓ ਤੈ ਨਾਹਿਲ ਧਨ ਜੋਰ ਨਕੋਤਾ ਆ। ਕਹਿੰਦੇ ਬੰਦਿਆ ਮੁਕਤੀ ਦਾ ਰਾਹ ਤੇ ਜਾਣੇ ਕਦੇ ਨਹੀਂ ਮਾਇਆ ਇਕੱਠੀ ਕਰਨ ਵਾਸਤੇ ਜ਼ਿੰਦਗੀ ਖਰਾਬ ਕਰ ਲਈ, ਮਾਇਆ ਨਾਲ ਨਹੀਂ ਜਾਣੀ, ਪਦਾਰਥ ਨਾਲ ਨਹੀਂ ਜਾਣੇ। ਇਹ ਫਕੀਰ ਕਹਿਣ ਲੱਗਿਆ ਰਿਸ਼ੀਕੇਸ਼ ਬਾਲਕੋ ਸੰਤੋਖ ਚਾਹੁੰਦੇ ਆ, ਸਾਦਗੀ ਚਾਹੁੰਦੇ ਆ, ਸੰਤ ਨਹੀਂ ਬਣੇ ਹੁੰਦੇ, ਸਾਧੂ ਨਹੀਂ ਬਣੇ, ਸਰੀਰ ਨੂੰ ਢਾਲਣ ਦਾ ਯਤਨ ਕਰਦੇ ਆ। ਬਹੁਰ ਸੁਣੋ ਭੋਜਨ ਕੀ ਰੀਤੀ, ਜੇ ਹਮ ਜਚ ਹੈ ਹੋਤ ਅਨੀਤੀ। ਤੇ ਸਾਧੂ ਕਹਿੰਦੇ ਫਿਰ ਅਗਲੀ ਗੱਲ ਤੁਸੀਂ ਪੁੱਛਿਆ ਵੀ ਭੁੱਖੇ ਬੈਠੇ ਹੋ ਜਾਂ ਰੱਜੇ ਹੋਏ ਹੋ। ਮਹਾਂਪੁਰਖ ਕਹਿੰਦੇ ਜਮਾਨਾ ਜੇ ਸਾਨੂੰ ਸਾਧੂ ਕਹਿੰਦਾ ਨਾ, ਮੰਗ ਕੇ ਖਾਣਾ ਮਰਨ ਬਰਾਬਰ, ਆਖੋ ਸਤਨਾਮ ਮਰਨ ਬਰਾਬਰ। ਸਾਧੂ ਸੰਤ ਮਹਾਂਪੁਰਖ ਗੁਰਮੁਖ ਕਦੇ ਨਹੀਂ ਮੰਗਦਾ। ਮੰਗਣ ਵਾਲੇ ਦਿਨ ਤੇ ਰੱਬ ਨੇ ਉਹਨੂੰ ਜਨਮ ਹੀ ਨਹੀਂ ਦਿੱਤਾ, ਉਹ ਤੇ ਦਾਤਾ ਇਹ ਦੇ ਦੇ ਕੇ ਵੀ ਕਹਿੰਦਾ ਹੋਰ ਲੈ ਜਾ। ਸਾਧੂ ਕਹਿੰਦੇ ਅਨੀਤ ਹੋ ਜਾਏਗੀ। ਅਨੀਤ ਕਿਉਂ ਨਹੀਂ ਛਕਦੇ ਮੰਗ ਕੇ? ਉਹ ਕਹਿੰਦੇ ਜੇ ਕਿਸੇ ਦੇ ਘਰ ਦਾ ਭੋਜਨ ਛਕਾਂਗੇ। 10ਵੇਂ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ ਵਿੱਚ ਇੱਕ ਵਰਤਾਂਤ ਆਇਆ ਸੀ ਭਾਈ ਆਨੰਦ ਸਿੰਘ ਦੇ ਸਾਧੂ ਨੂੰ। ਕਹਿੰਦੇ ਚਾਕਾ ਭੋਜਨ ਖਾਏ ਕਹਿ ਵਿਛੜਿਆ ਹਰਸਿਓ ਪ੍ਰੀਤ। ਸਾਧੂ ਘਰ ਘਰ ਕਿਉਂ ਨਹੀਂ ਮੰਗਦੇ? ਕਹਿੰਦੇ ਕੀ ਪਤਾ ਕਿਹਦੀ ਰੋਟੀ ਕਿਹੋ ਜਿਹੀ ਹੈ, ਕਿਹਨੇ ਕਿਹੜੀ ਬਿਰਤੀ ਨਾਲ ਬਣਾਈ ਹੈ। ਅੱਜ ਕੱਲ੍ਹ ਮੰਨ ਲਓ ਕੋਈ ਸੀਰੀਅਲ ਵੇਖ ਕੇ ਬਣਾ ਰਿਹਾ, ਕੋਈ ਘਰ ਵਾਲੇ ਨਾਲ ਲੜਦੀ ਗਾਲਾਂ ਕੱਢਦੀ ਬਣਾਈ ਜਾਂਦੀ ਹੈ, ਪਾਤੀ ਸਾਧੂ ਨਾਲ। ਅੱਗੋਂ ਸਾਧੂ ਵੀ ਕਹਿੰਦਾ ਤੇਰਾ ਕੱਖ ਨਾ ਰਹੇ, ਆਖੋ ਸਤਨਾਮ। ਉਹਦੇ ਨਾਲ ਵੀ ਕੋਈ ਲੜ ਪਏ ਬੋਲ ਪੈਂਦਾ। ਕਿਉਂ? ਕਿਉਂਕਿ ਅੰਨ ਦਾ ਮਨ ਹੋ ਰਿਹਾ ਹੈ ਬਦਲ ਅਸਰ। ਜਿਹੜੇ ਰੱਬ ਦੇ ਪਿਆਰੇ ਆ ਇਸੇ ਕਰਕੇ ਉਹ ਆਪਣੇ ਘਰ ਦਾ ਭੋਜਨ ਛਕਦੇ ਆ, ਹਰ ਥਾਂ ਦਾ ਭੋਜਨ ਨਹੀਂ ਕਰਦੇ। ਜਿਹੜੇ ਸਾਧੂ ਨੇ, ਮੇਰੇ ਵਰਗਾ ਨਹੀਂ, ਸੰਤ ਜਿੱਥੇ ਮਰਜੀ ਲੈ ਜੋ ਤਿਆਰੀ ਰਹੇ ਨੇ, ਬੰਦਗੀ ਵਾਲੇ, ਉਹ ਕਿਸੇ ਦੇ ਹੱਥ ਦਾ ਭੋਜਨ ਨਹੀਂ ਛਕਦੇ, ਦਰ ਦਰ ਦੀ ਰੋਟੀ ਨਹੀਂ ਖਾਂਦੇ। ਕਹਿੰਦੇ ਮੰਗ ਕੇ ਨਹੀਂ ਖਾਣਾ, ਬਾਲਕੋ ਜੇ ਮੰਗ ਕੇ ਖਾਵਾਂਗੇ ਅਨੀਤ ਹੋ ਜਾਏਗਾ। ਜਿਨ੍ਹਾਂ ਨੂੰ ਅਸੀਂ ਛੱਡ ਕੇ ਆਏ ਆ ਵੀ ਇਹਨਾਂ ਲੋਕਾਂ ਤੋਂ ਮੰਗਣਾ ਨਹੀਂ, ਇਹਨਾਂ ਦੇ ਕੋਲੇ ਜਾਣਾ ਨਹੀਂ, ਤੇ ਜੇ ਉਹਨਾਂ ਦੇ ਹੱਥ ਦੀ ਉਹ ਰੋਟੀ ਖਾ ਲਈ ਤੇ ਫਿਰ ਉਹ ਐਡੇ ਬੁਰੇ ਕਾਤ ਹੋ ਗਏ, ਫਿਰ ਘਰ ਨਹੀਂ ਰਹਿ ਸਕਦੇ ਸੀ। ਸੋਚਣ ਵਾਲੀ ਗੱਲ ਹੈ। ਘਰ-ਬਾਰ ਕਾਹਦੇ ਲਈ ਛੱਡਿਆ? ਵੀ ਬਿਰਤੀ ਬਦਲਣੀ ਹੈ। ਜੇ ਲੋਕਾਂ ਦਾ ਧਾਨ ਖਾ ਕੇ ਬਿਰਤੀ ਉੱਥੇ ਹੀ ਰਹਿ ਗਈ, ਬਦਲੀ ਨਾ, ਤੇ ਫਿਰ ਫਾਇਦਾ ਕੀ ਰੱਬ ਨੂੰ ਯਾਦ ਕਰਨ ਦਾ। ਮਹਾਂਪੁਰਖਾਂ ਨੇ ਬਚਨ ਸਪਸ਼ਟ ਆਖੇ, ਕਹਿੰਦੇ ਕਈ ਦਿਨਾਂ ਤੋਂ ਭੁੱਖੇ ਬੈਠੇ ਆ ਪਰ ਭੁੱਖ ਨਹੀਂ ਹੈ, ਆਖੋ ਸਤਨਾਮ। ਸਬਰ ਬਹੁਤ ਵੱਡਾ ਹੈ, ਸੰਤੋਖ ਬਹੁਤ ਵੱਡਾ ਹੈ। ਸਾਨੂੰ ਭੁੱਖ ਸਤਾਉਂਦੀ ਨਹੀਂ। ਗਾਸ਼ਨ ਸੰਤੋਖ ਸੁਹਾਵਾ, ਤਾਂ ਪਰ ਬੈਸ ਪਰਮ ਸੁਖ ਪਾਵਾ। ਬਾਲਕੋ ਸੰਤੋਖ ਦੇ ਸੰਘਾਸਣ ਤੇ ਬੈਠੇ ਆ ਤੇ ਬੜੇ ਸੁਖੀ ਆ। ਕੀ ਆ ਸਾਧੂਆਂ ਕੋਲੇ ਜੀ? ਨਾ ਰਾਸ਼ਨ, ਨਾ ਦਾਣਾ, ਨਾ ਪਾਣੀ, ਨਾ ਕੱਪੜੇ। ਕਹਿੰਦੇ ਆਨੰਦ ਚ ਮਾਇਆ ਸਾਹਮਣੇ ਪਈ ਹੈ। ਇੱਕ ਵਾਰ ਵੀ ਨਹੀਂ ਕਿਹਾ ਪੁੱਤਰ ਜੀ ਰਾਸ਼ਨ ਲਿਆ ਦੋ, ਰੋਟੀ ਲਿਆ ਦੋ, ਭੁੱਖੇ ਪਿਆਸੇ ਆ। ਨਹੀਂ ਹਿੱਲੀ ਫਿਰਦੀ। ਮਰਦ ਵੇਖ ਰਹੇ ਨੇ, ਪਰਖ ਰਹੇ ਨੇ ਗੁਰੂ ਸਾਹਿਬ, ਕਸਵੱਟੀ ਲਾ ਕੇ ਦੇਖਦੇ ਆ। ਸਾਧੂ ਕਹਿੰਦੇ ਜੀ ਸੰਤੋਖ ਦੇ ਸੰਘਾਸਣ ਤੇ ਬੈਠੇ ਆ, ਰੱਜੇ ਹੋਏ ਆ। ਤੇ ਭਾਈ ਗੁਰਦਾਸ ਕੀ ਕਹਿੰਦੇ ਦੁਨੀਆ ਬਾਰੇ? ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਦੁਨੀਆ ਦੇ ਵਿੱਚ ਰੱਜਿਆ ਕੌਣ ਹੈ? ਤਨ ਦਾ ਰੱਜਿਆ ਰੱਜ ਸਕਦਾ ਹੈ, ਨੀਅਤ ਮਾੜੀ ਖੋਟੀ ਦਾ ਭੁੱਖਾ ਕਦੇ ਰੱਜਦਾ ਹੀ ਨਹੀਂ, ਆਖੋ ਸਤਨਾਮ। ਜੋ ਮਰਜ਼ੀ ਦੇ ਦਿਓ,
ਆ ਮੰਗਣ ਵਾਲੇ ਹੱਥ ਜੀ ਦੇ ਸਾਹਮਣੇ ਆ ਨਾ, ਉਹ ਦੇ ਹੀ ਨਹੀਂ ਸਕਦਾ। ਮੰਗਤਾ ਕਦੇ ਦਾਨ ਨਹੀਂ ਕਰ ਸਕਦਾ ਤੇ ਦਾਨੀ ਕਦੇ ਮੰਗਦਾ ਨਹੀਂ ਬਣਦਾ ਹੁੰਦਾ। ਤੇ ਸਾਧੂ ਆ ਨਾ ਜਿਹੜਾ ਤਪਸਵੀ, ਉਹ ਕਦੇ ਕਿਸੇ ਦੇ ਘਰ ਰੋਟੀ ਮੰਗਣ ਨਹੀਂ ਆਉਂਦਾ। ਤੁਰੀ ਫਿਰਦੀ ਨਾ ਦੁਨੀਆ ਕੌਣ ਹੈ? ਕਦੇ ਪੰਜਾਬ ਵਾਲਾ ਵੇਖਿਆ ਕੋਈ? ਇੱਧਰ ਉੱਧਰ ਵਾਲੇ ਹੁੰਦੇ ਨੇ ਸਾਰੇ, ਮੰਗਵਾਲ ਕਬੂਲ ਦਵਾਏ ਹੋਏ ਧੰਦੇ ਬਣਾਏ ਲੋਕਾਂ ਨੇ ਧਰਮ ਦੇ ਨਾਮ ਤੇ, ਵੀ ਚਲੋ ਮੰਗ ਕੇ ਲਿਆਈਏ, 4 ਪੈਸੇ ਇਕੱਠੇ ਹੋ ਜਾਣਗੇ, ਕੱਪੜੇ ਮਿਲ ਜਾਣਗੇ, ਫਿਰ ਮੁੜ ਕੇ ਵੇਚ ਜਾਵਾਂਗੇ। ਉਹਦੇ ਪਿਗਲਵਾੜੇ ਦੇ ਨਾਂ ਤੇ ਕੱਪੜੇ ਇਕੱਠੇ ਕਰ। ਮੈਂ ਕਹਿੰਦਾ ਮੈਂ ਤੇ ਬਹੁਤ ਲੰਮਾ ਸਮਾਂ ਹੋ ਗਿਆ, ਜਦ ਅੰਮ੍ਰਿਤਸਰ ਰਹਿੰਦੇ ਸੀ ਇਹ ਉੱਥੇ ਵੀ ਫਿਰਦੇ ਹੁੰਦੇ ਸੀ। ਜਦ ਸੰਗਰੂਰ ਦੇ ਇਲਾਕੇ ਆਏ, ਬਰਨਾਲਾ ਗਏ, ਬਠਿੰਡਾ ਗਏ, ਕਿਤੇ ਵੀ ਗਏ ਪੰਜਾਬ ਦੇ ਇਲਾਕੇ 'ਚ, ਆਹ ਗੱਡੀ ਜੀ ਵਾਲੇ ਉੱਥੇ ਮਿਲਦੇ। ਕਰਦੇ ਕੀ ਆ, ਪੁਰਾਣੇ ਕੱਪੜੇ ਇਕੱਠੇ ਕੀਤੇ, ਮੁੜ ਕੇ ਵੇਚਦੇ ਆ। ਸੈਟਅਪ ਹੈ। ਕਣਕਾਂ ਇਕੱਠੀਆਂ ਕੀਤੀਆਂ, ਮੰਡੀਆਂ 'ਚ ਗੱਡੀਆਂ ਖੜੀਆਂ। ਧਰਮ ਦੇ ਨਾਂ ਤੇ ਪਖੰਡ ਨਹੀਂ ਨਾ ਕਿੰਨਾ ਹੋ ਰਿਹਾ। ਥਾਂ ਥਾਂ ਕੇ ਮੰਗਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਫਕੀਰ ਕਹਿੰਦੇ, ਸਾਧੂ ਇਹਦੇ ਸੰਤੋਖ ਦੇ ਸਿੰਘਾਸਣ ਤੇ ਬੈਠੇ ਆ। ਬੱਚਿਓ ਸਾਨੂੰ ਭੁੱਖ ਨਹੀਂ ਲੱਗਦੀ, ਆਨੰਦ ਵਿੱਚ ਹਾਂ ਅਸੀਂ। ਪਰ ਲਬਦ ਸੋ ਦਾਸ ਹਮਾਰੀ, ਸੇਵਾ ਕਰਹਿ ਅਨੇਕ ਪੁਕਾਰੀ। ਅੱਗੋਂ ਹੱਸੇ ਮੁਸਕਰਾਏ, ਕਹਿੰਦੇ ਹਾਸਾ ਹੀ ਬੜਾ ਸੋਹਣਾ ਸੀ। ਸੰਤੋਖ ਆ ਨਾ। ਕਹਿੰਦੇ ਜਿਹੜੀ ਸਾਡੀ ਪਰਾਲਬਧ ਹੈ, ਪਰਾਲਬਧ ਕਿਹਨੂੰ ਕਹਿੰਦੇ ਆ? ਸੌਖੀ ਭਾਸ਼ਾ ਸਮਝ ਲਈਏ, ਕਿਉਂਕਿ ਜੇ ਇੱਧਰ ਨੂੰ ਜਾਵਾਂਗੇ ਫਿਰ ਸਮਾਂ ਹੋ ਜਾਣਾ। ਕਿਸਮਤ ਕਹਿੰਦੇ ਸਾਡੀ ਕਿਸਮਤ ਸਾਡੀ ਨੌਕਰ ਹੈ, ਦਾਸ ਹੈ। ਓਏ ਸਾਡੀ ਇਸ ਕਿਸਮਤ ਨੇ ਜੋ ਸਾਡੀ ਪਰਾਲਬਧ ਵਿੱਚ ਆ ਲਿਆ ਕੇ ਇੱਥੇ ਬੈਠੀ ਨਹੀਂ ਦੇਣਾ। ਆਖੋ ਸਤਿਨਾਮ। ਫਿਰ ਇੱਕ ਸ਼ਾਇਰ ਵਿਦਵਾਨ ਲਿਖਦਾ ਹੈ, ਪੱਲੇ ਕਦੇ ਨਾ ਬੰਨਦੇ ਪੰਛੀ ਤੇ ਦਰਵੇਸ਼। ਕਦੇ ਪੰਛੀਆਂ ਦੇ ਜੀ ਆਟੇ ਵਾਲਾ ਢੋਲ ਬਣਿਆ ਵੇਖਿਆ? ਬੈਂਕ ਬੈਲੈਂਸ ਵੇਖਿਆ ਉਹਨਾਂ ਦੇ? ਪੱਲੇ ਹੁੰਦਾ ਨਹੀਂ ਨਾ ਕੁਛ। ਚੁੱਕ ਵੀ ਖਾਲੀ ਕਰਕੇ ਸੌਂਦੇ ਆ। ਰਹਿੰਦੇ ਕਿੱਥੇ ਆ? ਕਿਸੇ ਆਲਣੇ 'ਚ ਕਿਚਨ ਬਣੀ ਵੇਖੀ ਹੋਵੇ ਕਿਸੇ ਨੇ? ਅੱਜ ਤੱਕ ਮੈਂ ਤਾਂ ਵੇਖੀ ਨਹੀਂ। ਕਿਸੇ ਨੇ ਕਿਸੇ ਸੱਪ ਦੀ ਖੁੱਡ ਦੇ ਵਿੱਚ ਰਸੋਈ ਘਰ ਬਣਿਆ ਵੇਖਿਆ ਹੋਵੇ? 25-30 ਆਈਟਮਾਂ ਖਾਣ ਨੂੰ ਪਈਆਂ ਹੋਣ, ਕਿਤੇ ਕੁਛ ਨਹੀਂ ਵੇਖਿਆ। ਕਹਿੰਦੇ ਪੱਲੇ ਕਦੇ ਨਾ ਬੰਨਦੇ ਪੰਛੀ ਤੇ ਦਰਵੇਸ਼, ਜਿੰਨਾ ਭਰੋਸਾ ਰੱਬ ਤੇ ਤਿੰਨਾ ਰਿਜ਼ਕ ਹਮੇਸ਼। ਜਿਨ੍ਹਾਂ ਨੂੰ ਰੱਬ ਤੇ ਭਰੋਸਾ ਨਾ, ਉਹ ਸਾਧੂ ਦਰਵੇਸ਼ ਤੇ ਪੰਛੀ ਕਦੇ ਭੁੱਖੇ ਨਹੀਂ ਸੌਂਦੇ। ਆ ਬੰਦਾ ਲੱਖਾਂ ਰੁਪਇਆ ਖਾਤਿਆਂ 'ਚ ਪਿਆ, ਕਰੋੜਾਂ, ਘਰ ਵਿੱਚ ਸਭ ਕੁਝ ਹੈ, ਕਈ ਵਾਰ ਗੁੱਸੇ ਦਾ ਮਾਰਾ ਰੋਟੀ ਤੋਂ ਬਿਨਾਂ ਸੌ ਜਾਂਦਾ ਹੁੰਦਾ। ਤੇ ਇੱਕ ਪੰਛੀ ਦੁਨੀਆ ਦਾ ਵਿਖਾ ਦਿਓ, ਆਲਣੇ 'ਚ ਕਦੇ ਭੁੱਖਾ ਦਾਣੇ ਤੋਂ ਬਿਨਾਂ ਸੁੱਤਾ ਹੋਵੇ। ਆਖੋ ਸਤਿਨਾਮ। ਬਾਣੀ ਕੀ ਕਹਿੰਦੀ ਹੈ? ਸੈਲ ਪੱਥਰ ਮਹਿ ਜਾਂਦੇ ਉਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ। ਕਹਿੰਦੇ ਪੱਥਰਾਂ ਪਹਾੜਾਂ ਦੇ ਵਿੱਚ ਵੀ ਕੀੜੇ ਪੈਦਾ ਕਰਕੇ ਰੱਬ ਨੇ ਰਿਜ਼ਕ ਅੱਗੇ ਰੱਖਿਆ। ਗੱਲ ਤੇ ਭਰੋਸੇ ਦੀ ਹੈ। ਸਾਨੂੰ ਤੇ ਪੁੱਤ ਪੋਤਿਆਂ ਤੱਕ ਫਿਕਰ ਪਏ ਹੋਏ ਆ, ਕੱਲ ਦਾ ਪਤਾ ਨਹੀਂ। ਹੁਣ ਦੱਸੋ ਪੰਛੀ ਚੰਗੇ ਆ ਜਾਂ ਬੰਦਾ ਚੰਗਾ? ਬਿਰਤੀ ਕਿੱਡੀ ਮਾੜੀ ਹੈ ਇਨਸਾਨ ਦੀ। ਦੁਖੀ ਬੰਦਾ ਹੀ ਹੈ ਨਾ। ਕਦੇ ਕਿਸੇ ਚਿੜੀ ਦਾ ਬੀਪੀ ਵਧਿਆ ਵੇਖਿਆ? ਗਾਂ ਮੱਝ ਨੂੰ ਕੋਈ ਬਿਮਾਰੀ ਸ਼ੂਗਰ ਦੀ ਲੱਗੀ ਹੋਵੇ ਜੀ, ਦੇਖੀ ਕਿਸੇ ਨੇ? ਸਾਰਾ ਕੁਝ ਬੰਦੇ ਨੂੰ ਹੀ ਕਿਉਂ ਹੈ? ਕਿਉਂਕਿ ਸਭ ਤੋਂ ਵੱਡਾ ਮਰਜ਼ ਪਿੱਛੇ ਦੱਸ ਆਏ ਆ, ਕਹਿੰਦੇ ਹਉਮੈ ਦਾ ਰੋਗ ਲੱਗਾ ਹੋਇਆ ਹੈ। ਹਉਮੈ ਦੇ ਲਾਲਚ, ਦੋ ਚੀਜ਼ਾਂ ਕਰਕੇ ਮਨੁੱਖ ਸਦਾ ਹੀ ਬਿਮਾਰ ਰਹਿੰਦਾ ਹੈ। ਕੁਛ ਵੀ ਕਰੀ ਜਾਏ ਕਦੇ ਨਹੀਂ ਹੋਣਾ ਕੁਛ, ਜੇ ਨਾਮ ਹਉਮੈ ਤੋਂ ਰਹਿਤ ਹੋ ਗਈ। ਫਕੀਰਾਂ ਨੇ ਕਹਿੰਦਾ, ਕਹਿੰਦੇ ਦਰਵੇਸ਼ ਆ, ਸਾਡੀ ਤੇ ਜਿਹੜੀ ਪਰਾਲਬਧ ਦਾ ਉਦਾਸ ਹੈ, ਸਾਡੀ ਨੌਕਰ ਹੈ। ਜਿੱਦਣ ਕਿਤੇ ਸਾਡੀ ਪਰਾਲਬਧ ਨੂੰ ਲੱਗਦਾ ਵੀ ਮਾਲਕ ਭੁੱਖੇ ਬੈਠੇ ਆ, ਕਹਿੰਦੇ ਬੱਚਿਓ ਰੱਬ ਆਪੀ ਕਿਸੇ ਨਾ ਕਿਸੇ ਨੂੰ ਭੇਜ ਦਿੰਦਾ। ਆਖੋ ਸਤਿਨਾਮ। ਆਪੀ ਭੇਜ ਦਿੰਦਾ। ਕਦੇ ਰੋੜ ਕੀਤਾ ਰੱਬ ਕਿਹਨੂੰ ਕਹਿੰਦੇ ਆ? ਲੋ ਜੀ ਕਿਸੇ ਦੇ ਧੀ ਪੁੱਤ ਦਾ ਵਿਆਹ ਹੋ ਜੇ, ਰਿਸ਼ਤੇਦਾਰ ਹੋਵੇ, ਕਈ ਵਾਰ ਨਹੀਂ ਪਤਾ ਲੱਗਦਾ, ਨਹੀਂ ਲੱਗਦਾ। ਤੇ ਕੋਈ 20 ਸਾਲ ਪਹਿਲਾਂ ਵੀ ਮਿਲਿਆ ਸਾਡਾ ਮਿੱਤਰ ਹੋਵੇ, ਅਚਨਚੇਤ ਹੋ ਜੇ ਡੈਥ, ਦੁਨੀਆ ਦੇ ਕਿਸੇ ਕੋਨੇ 'ਚ ਕੋਈ ਬੈਠਾ ਹੋਵੇ, ਸੁਨੇਹਾ ਜ਼ਰੂਰ ਮਿਲਦਾ ਹੈ। ਕਿਸੇ ਦੇ ਥਰੂ ਮਿਲਦਾ ਹੋਵੇ। ਉਹ ਸੁਨੇਹਾ ਦੇਣ ਵਾਲਾ ਕੌਣ ਹੈ? ਪਰਮਾਤਮਾ। ਉਹੀ ਦੱਸਦਾ ਹੈ। ਤੇ ਇਨਸਾਨ ਜਦ ਕਿਤੇ ਬਿਮਾਰ ਹੁੰਦਾ, ਕਿਤੇ ਡਿੱਗਦਾ, ਨੂੰ ਭਰੋਸਾ ਤੇਰਾ ਵੈਸੇ ਰੱਬ ਤੇ ਹੈ ਨਹੀਂ ਨਾ, ਸਾਨੂੰ ਨਾ ਕਿਸੇ ਕਹਿਣ ਨੂੰ ਕੀ ਜਿੰਨਾ ਮਰਜ਼ੀ ਕਹੀ ਜਾਓ। ਜਦ ਵੀ ਕਿਤੇ ਡਿੱਗਦਾ ਬਿਮਾਰ ਹੁੰਦਾ, ਇਹਨੂੰ ਚੁੱਕਣ ਵਾਲਾ ਸਾਂਭਣ ਵਾਲਾ ਰੱਬ ਨੇ ਨੇੜੇ ਭੇਜਿਆ ਹੁੰਦਾ। ਆਖੋ ਸਤਿਨਾਮ। ਉਹ ਕੌਣ ਹੈ? ਪਰਮਾਤਮਾ ਹੈ। ਸਾਧੂ ਆਖਣ ਲੱਗੇ, ਬੱਚਿਓ ਸਾਨੂੰ ਬਹੁਤ ਭਰੋਸਾ ਹੈ ਪਰਮਾਤਮਾ ਤੇ। ਭਗਤੀ ਵੀ ਕਰੋ ਬੇਸ਼ੱਕ ਨਾ ਕਰੋ, ਸੇਵਾ ਕਰੋ ਬੇਸ਼ੱਕ ਨਾ ਕਰੋ, ਵਿਸ਼ਵਾਸ ਐਡਾ ਰੱਖੋ, ਸਾਹਮਣੇ ਮੌਤ ਵੀ ਖੜੀ ਆ ਤੇ ਐਡਾ ਮਨ ਬਰੇਵ ਹੋਵੇ, ਜੇ ਮੇਰਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮੇਰੇ ਨਾਲ ਹੈ ਨਾ, ਆ ਬਾੜ ਵੀ ਡਿੰਗਾ ਨਹੀਂ ਕਰਨਾ ਨਹੀਂ। ਆਖੋ ਸਤਿਨਾਮ।
नाल नारायण मेरे जमदूत लाया वै मेरे की तो सही है। ਜਦੋਂ ਕਹਿੰਦੀ ਉਹਨਾਂ ਮਹਾਂਪੁਰਖਾਂ ਦੇ ਬਚਨ ਆਖੇ ਨਾ, ਨਾਨਕ ਨਿਰੰਕਾਰੀ ਜੀ ਦੇ ਨੇਤਰਾਂ 'ਚ ਅਥਰੂ ਆ ਗਏ। ਐਡਾ ਵਿਸ਼ਵਾਸ, ਇੰਨਾ ਭਰੋਸਾ। ਮਰਦ ਨੇ ਭਾਈ ਬਾਲੇ ਵੱਲ ਵੇਖਿਆ, ਤੂੰ 20 ਨੂੰ ਗੱਲ ਪੀ ਜਾਣਾ, ਆਖੋ ਸਤਿਨਾਮ। ਤੈਨੂੰ ਚਿੰਤਾ ਪਈ ਹੋਈ ਆ ਵੀ 20 ਦੇ ਜੇ 40 ਨਾ ਬਣੇ ਕੀ ਬਣਵਾ, ਵੇਖ ਲੈ ਇੰਦਰ ਭੁੱਖੇ ਪੈਸੇ ਬੈਠੇ ਹੈ ਕੋਈ ਡਰ ਹੈ ਪੈ ਕਿਸੇ ਦਾ। ਉਹ ਫਕੀਰ ਸਾਧੂ ਆਖਣ ਲੱਗੇ, ਬੱਚਿਓ ਸਾਨੂੰ ਕੋਈ ਲਾਲਚ ਨਹੀਂ। ਸੁਭਟ ਸੰਗ ਬੋ ਬਿਦ ਤਪ ਤਾਪਨ ਮੋਹ ਨਿਰਪਤ ਕੀ ਪ੍ਰਿਤਨ ਖਾਪਨ। ਤੇ ਅਗਲਾ ਜਵਾਬ ਉਹਨਾਂ ਮਹਾਂਪੁਰਖਾਂ ਨੇ ਦਿੱਤਾ, ਕਹਿੰਦੇ ਸਾਡੀ ਭਗਤੀ ਯੋਧਿਆਂ ਸੂਰਬੀਰਾਂ ਦੇ ਵਾਂਗ ਸਾਡੇ ਨਾਲ ਰਹਿੰਦੀ ਹੈ, ਸਾਡੀ ਰੱਖਿਆ ਕਰਦੀ। ਰੱਬ ਦਾ ਨਾਮ ਰੱਖਿਆ ਕਰਦਾ ਇੱਥੇ ਵੀ ਤੇ ਉੱਥੇ ਵੀ। ਬਾਣੀ ਨੇ ਕਿੰਨੀ ਵਾਰ ਲਿਖਿਆ ਹੋਇਆ ਇਹ। ਅਗਲਾ ਵਚਨ ਪਤਾ ਕੀ ਕਹਿੰਦੇ? ਕਹਿੰਦੇ ਲੋਕ ਮੋਹ ਤੋਂ ਡਰਦੇ ਆ, ਮੋਹ ਰਾਜਾ ਸਾਡਾ ਸੇਵਕ ਹੈ। ਅਸਲ 'ਚ ਮੋਹ ਇੱਕ ਰਾਜਾ ਹੈ। ਜਦ ਕਿਤੇ ਵਿਚਾਰ ਸਾਗਰ ਵਰਗੇ ਵਿਦਾਂਤ ਗ੍ਰੰਥਾਂ ਨੂੰ ਪੜ੍ਹੀਏ ਫੇਰ ਪਤਾ ਲੱਗਦਾ ਵੀ 5 ਵਿਕਾਰ ਕੌਣ ਨੇ, ਇਹਨਾਂ ਦੇ ਪਰਿਵਾਰ ਕੌਣ ਨੇ, ਐਡੇ ਭਾਰੂ ਕਿਉਂ ਨੇ, ਰੱਬ ਦੇ ਬਣਾਏ ਹੋਏ ਨੇ। ਉਹਦੀਆਂ ਖੇਡਾਂ ਦੀਆਂ ਕਰਾਮਾਤਾਂ ਸ਼ਕਤੀਆਂ ਨੇ। ਮੋਹ ਹੋਵੇ, ਹੰਕਾਰ ਹੋਵੇ, ਲੋਭ ਹੋਵੇ, ਪਰ ਜਿਹੜਾ ਉਹਦੀ ਰਜ਼ਾ ਵਿੱਚ ਰਹਿੰਦਾ, ਇਹ ਉਹਦੀ ਰਜ਼ਾ ਵਿੱਚ ਰਹਿੰਦੇ ਨੇ। ਆਖੋ ਸਤਿਨਾਮ। ਇੰਨੀ ਗੱਲ ਸਮਝ ਲਿਓ, ਰੱਬ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਵਿਅਕਤੀ ਦੀ ਰਜ਼ਾ ਵਿੱਚ ਬੇਕਾਰ ਹੀ ਰਹਿੰਦੇ ਨੇ, ਮਰਜ਼ੀ ਰਹੇ ਉਹਨਾਂ ਦੀ, ਹੁਕਮ ਦੇ ਰਹਿੰਦੇ। ਮਹਾਂਪੁਰਖ ਆਖਣ ਲੱਗੇ, ਕਹਿੰਦੇ ਬੱਚਿਓ ਤਪ, ਬੰਦਗੀ ਤੇ ਤਪੱਸਿਆ ਸਾਡੀ ਜ਼ਿੰਦਗੀ ਦੇ ਅੰਗ ਰੱਖਿਅਕ ਨੇ। ਹਰ ਵੇਲੇ ਸਾਨੂੰ ਗਰਮੀ, ਸਰਦੀ, ਤਪ, ਠੰਡ, ਬਹਾਰ, ਬਸੰਤ ਤੋਂ ਇਹ ਬਚਾਉਂਦੇ ਹਨ। ਸਤ ਕੋ ਛਤਰ ਸੀਸ ਪਰ ਝੂਲੰ ਜਾਸ ਬਿਲੋਕ ਦਵਤ ਪ੍ਰਤੀਕੂਲੰ। ਪੁੱਤਰੋ ਸੱਚ ਦਾ ਛਤਰ ਸਾਡੇ ਸਿਰ ਤੇ ਝੂਲਦਾ, ਇਸ ਕਰਕੇ ਕਿਸੇ ਮੌਸਮ ਦਾ, ਕਿਸੇ ਆਫਤ ਦਾ ਸਾਨੂੰ ਡਰ ਹੀ ਕੋਈ ਨਹੀਂ। ਆਖੋ ਸਤਿਨਾਮ। ਸੱਚ ਦਾ ਛਤਰ, ਉਹ ਸੱਚ ਦੀ ਛਤਰ ਛਾਇਆ ਥੱਲੇ ਰਹਿਣ ਵਾਲੇ ਨੂੰ ਡਰ ਹੁੰਦਾ ਕਿਸੇ ਦਾ? ਓਏ ਮੌਤ ਨੂੰ ਵੀ ਕਲੋਲਾਂ ਕਰਦੇ ਆ, ਜਿਹੜੇ ਸ਼ਹੀਦ ਹੁੰਦੇ ਆ ਡਰਦੇ ਨਹੀਂ ਕਿਸੇ ਨੂੰ। ਤੇ ਐਵੇਂ ਇੱਥੇ ਤੇ ਦੁਨੀਆ ਕੋ ਗੱਡੀ ਥੱਲੇ ਆ ਜੇ ਉਹ ਵੀ ਸ਼ਹੀਦ, ਕੋਈ ਟਰੱਕ ਪਲਟ ਗਿਆ ਕਿਸੇ ਦਾ ਟਰਾਲੀ ਥੱਲੇ ਆ ਗਿਆ ਉਹ ਵੀ ਸ਼ਹੀਦ। ਲੋਕਾਂ ਨੇ ਸ਼ਹੀਦਾਂ ਦੀ ਬਿਰਤੀ ਕਿੱਥੇ ਲਿਆ ਕੇ ਖੜੀ ਕਰਤੀ। ਸ਼ਹੀਦ ਉਹ ਨੇ, ਕੇਵਲ ਸ਼ਹੀਦ ਉਹਨੂੰ ਆਖਿਆ ਜਾਂਦਾ। ਇੱਕ ਪਾਸੇ ਜ਼ਿੰਦਗੀ ਬਚਣ ਬਚਾਉਣ ਦਾ ਆਪਸ਼ਨ ਪਿਆ, ਤੁਸੀਂ ਜ਼ਿੰਦਗੀ ਜੀ ਸਕਦੇ ਹੋ, ਆਹ ਗੱਲ ਮੰਨ ਲਓ। ਜ਼ਿੰਦਗੀ ਬਚ ਜੇਗੀ, ਨਹੀਂ ਮੌਤ ਹੈ। ਸਾਹਿਬਜ਼ਾਦਿਆਂ ਨੂੰ ਇੱਕ ਪਾਸੇ ਜ਼ਿੰਦਗੀ ਸੀ, ਡੋਲੇ ਸੀ, ਦੂਜੇ ਪਾਸੇ ਮੌਤ ਸੀ, ਸ਼ਹੀਦ ਤੇ ਉਹ ਹੋਏ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਿਹਾ ਜਾਂਦਾ ਸੀ, ਮਹਾਰਾਜ ਇੱਕ ਪਾਸੇ ਇਸਲਾਮ ਕਬੂਲ ਕਰ ਲਓ, ਦੂਜੇ ਪਾਸੇ ਮੌਤ। ਕਹਿੰਦੇ ਨਹੀਂ ਨਹੀਂ, ਮੌਤ ਨਹੀਂ, ਉਹ ਸ਼ਹੀਦ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਤਤੀ ਤਵੀ ਤੇ ਬੈਠੇ, ਕਹਿੰਦੇ ਮਰਦ ਚੰਦੂ ਦੀ ਧੀ ਦਾ ਰਿਸ਼ਤਾ ਲੈ ਲਓ, ਆਹ ਗੱਲਾਂ ਮੰਨ ਲਓ, ਕਿਉਂ ਮੌਤ? ਮਰਦ ਕਹਿੰਦੇ ਨਹੀਂ, ਅਸੀਂ ਤਵੀ ਤੇ ਬੈਠਣਾ, ਜੋ ਦੁੱਖ ਦੇਣੇ ਦੇ। ਉਹ ਸ਼ਹੀਦ ਨੇ। ਇੱਥੇ ਹਾਰਟ ਅਟੈਕ ਨਾਲ ਮਰਨ ਵਾਲਾ ਵੀ ਸ਼ਹੀਦ ਹੁੰਦਾ। ਆਖੋ ਸਤਿਨਾਮ। ਉਹ ਸ਼ੂਗਰ ਦੇ ਭਰੇ ਮਰੇ ਸਾਧਾਂ ਦੀਆਂ ਬਰਸੀਆਂ ਮਨਾ ਲੋਕਾਂ ਨੂੰ ਸ਼ੂਗਰ ਹੋ ਗਈ। ਕਿੱਥੇ ਤੁਰੀ ਜਾਂਦੀ ਸੀ ਸਾਡੀ? ਕਿਹੜੇ ਪਾਸੇ ਜਾ ਰਹੇ ਆ? ਆ ਸੁਣੋ ਮਹਾਂਪੁਰਖਾਂ, ਸਾਧੂਆਂ, ਰੱਬ ਦੇ ਪਿਆਰੇ ਸੰਤਾਂ ਦਾ ਜੀਵਨ। ਇਹਨਾਂ ਅੰਮ੍ਰਿਤ ਨਹੀਂ ਛਕਿਆ, ਇਹ ਸਿੱਖ ਦਾ ਨਹੀਂ ਬਣੇ ਹੋਏ, ਪਰ ਬਾਬਾ ਨਾਨਕ ਇਹਨਾਂ ਦੀ ਸ਼ਰਨ ਚ ਬੈਠਾ। ਆਖੋ ਸਤਿਨਾਮ। ਉਹ ਸਿੱਖੀ ਨਹੀਂ ਸੀ, ਬਰਕਤ ਸਾਧੂ ਸੀ। ਜੇ ਉਹਨਾਂ ਦੇ ਪੱਲੇ ਕੁਝ ਸੀ ਤੇ ਰੱਬ ਆਇਆ ਨਾ ਵਿਹੜੇ ਅੱਜ। ਜਦੋਂ ਮਰਦ ਦੇ ਸਾਹਮਣੇ ਬਚਨ ਆਖੇ, ਗੁਰੂ ਸਾਹਿਬ ਨੇ ਨੇਤਰ ਸਾਫ਼ ਕੀਤੇ। ਇਹ ਕੌਣ ਨੇ? ਜਿਨ੍ਹਾਂ ਪਰਥਾਏ ਰੋਜ਼ ਕਹਿੰਦੇ ਆ ਨਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤੇ ਆ ਗਏ, ਉਹ ਮਿਲੇ। ਮਰਦ ਕਹਿੰਦੇ ਬਾਲਾ ਜੀ ਹੁਣ ਕੀ ਸਲਾਹ ਹੈ? ਭਾਈ ਬਾਲਾ ਜੀ ਕਹਿੰਦੇ ਮੇਰੀਆਂ ਅੱਖਾਂ ਸੇਜਲ ਸਨ, ਮੈਨੂੰ ਪਛਤਾਵਾ ਹੋਇਆ, ਮੈਂ 20 ਪਿੱਛੇ ਆਪਣੇ ਪਿਆਰੇ ਸੱਜਣ ਨਾਲ ਕਿਉਂ ਲੜਿਆ। ਆਖੋ ਸਤਿਨਾਮ। ਕੀ ਚੀਜ਼ ਹੈ? ਆ ਵੇਖ ਕਿੱਦਾਂ ਸਰੀਰ ਬੈਠੇ ਆ, ਕਿਵੇਂ ਬੰਦਗੀ 'ਚ ਬੈਠੇ ਨੇ। ਜ਼ਿੰਦਗੀ ਦੀ ਪਰਵਾਹ ਕੋਈ ਨਹੀਂ, ਰੱਬ ਦੇ ਪਿਆਰ 'ਚ ਹੁਲਾਰੇ ਆਉਂਦੇ। ਕਹਿੰਦੇ ਸੱਚ ਦਾ ਸਤਰ ਸ਼ਤਰ ਸਿਰ ਤੇ ਝੂਲਦਾ ਹੈ, ਸਾਨੂੰ ਕੋਈ ਲਾਲਚ ਨਹੀਂ। ਕੱਲ ਕੀ ਖਾਣਾ ਹੈ, ਰਾਤ ਕੀ ਖਾਣਾ ਹੈ। ਕਹਿੰਦੇ ਜਿਹਨੇ ਸਾਜਿਆ, ਜਿਹਨੇ ਜਨਮ ਦਿੱਤਾ ਹੈ, ਬੱਚਿਓ ਸਾਨੂੰ ਉਹਨੇ ਰਿਜ਼ਕ ਵੀ ਦੇਣਾ। ਆਖੋ ਸਤਿਨਾਮ। ਇਸੇ ਕਰਕੇ ਪੜ੍ਹਦਿਆਂ ਰੋਜ਼ੀ ਰਜ਼ਾਕ ਹੈ, ਤੂੰ ਰੋਜ਼ੀ ਦੇਣ ਵਾਲਾ ਹੈ, ਰਿਜ਼ਕ ਦੇਣ ਵਾਲਾ ਹੈ। ਸੋ ਸਮਾਂ ਸਮਾਪਤ ਹੈ ਜੀ। ਜਿਵੇਂ ਜਿਵੇਂ ਅੱਗੇ ਵਿਚਾਰ ਹੋਣਗੇ, ਇਹ ਬੜੀਆਂ ਗਹਿਰੀਆਂ ਤੇ ਡੂੰਘੀਆਂ ਗੱਲਾਂ ਨੇ। ਐਵੇਂ ਮਾੜਾ ਜਿਹਾ ਕੰਮ ਨਹੀਂ ਮੁੱਕ ਜਾਂਦਾ ਹੁੰਦਾ ਵੀ ਸੱਚਾ ਸੌਦਾ ਕਰ ਲਿਆ, ਕਿਉਂਕਿ ਗੁਰੂ ਸਾਹਿਬ ਦੀ ਰੀਸ ਕਰਨ ਵਾਲੇ ਬੜੇ ਤੁਰੇ ਫਿਰਦੇ ਅੱਜ ਕੱਲ੍ਹ ਸੱਚੇ ਸੌਦੇ ਵਾਲੇ। ਕੋਈ ਸੁਨਾਰੀਆ ਚ, ਕੋਈ ਕਿਤੇ ਬੈਠਾ ਬੈਠੇ ਆ।
ਪਖੰਡੀ ਕਹਿੰਦੇ ਆ। ਸੱਚਾ ਤੇ ਖਰਾ ਸੌਦਾ ਤੇ ਇੱਕ ਨੇ ਕੀਤਾ ਹੈ। ਕਿਵੇਂ ਕੀਤਾ? ਠੋਕ ਬਜਾ ਕੇ ਕੀਤਾ ਹੈ। ਜਿਵੇਂ ਆਪਾਂ ਕੋਈ ਚੀਜ਼ ਲੈਣੇ ਕਹਿੰਦੇ ਆ ਨਾ, ਰੇਟ ਘੱਟ ਕਰ, ਫਲਾਣੀ ਥਾਂ ਇੰਨਾ ਇੰਨਾ, ਸੌਦਾ ਕਰਨ ਦਾ ਤਰੀਕਾ ਨਾ। ਤੇ ਗੁਰੂ ਸਾਹਿਬ ਕਰ ਰਹੇ ਆ, ਕਹਿੰਦੇ ਨੰਗੇ ਕਿਉਂ ਬੈਠੇ ਹੋ, ਭੁੱਖੇ ਕਿਉਂ ਬੈਠੇ ਹੋ, ਇੱਥੇ ਕਿਉਂ ਦੁੱਖ ਝੱਲੀ ਜਾਂਦੇ ਹੋ, ਨਾਮ ਤੇ ਘਰੇ ਵੀ ਜਪਿਆ ਜਾ ਸਕਦਾ ਹੈ। ਅੱਗੇ ਹੁਣ ਸਾਧੂ ਕੀ ਕਹਿਣਗੇ? ਕੌਣ ਸਾਧੂ ਨੇ, ਕਿਉਂ ਬੈਠੇ ਆ? ਗੁਰੂ ਸਾਹਿਬ ਦੀ ਕਿਰਪਾ ਨਾਲ ਕੱਲ ਦੇ ਦੀਵਾਨਾਂ ਚ ਆਨੰਦ ਮਾਣਾਂਗੇ। ਵਾਹਿਗੁਰੂ।